ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਕੁਝ ਹੀ ਮਹੀਨਿਆਂ ਪਹਿਲਾਂ ਦਾ ਸਮਾਂ ਯਾਦ ਕਰੋ, ਜਿਨ੍ਹਾਂ ਦਿਨਾਂ ਵਿੱਚ ਹਾਲੇ ਮੁਲਕ ਦੀ ਪਾਰਲੀਮੈਂਟ ਗੋਲ ਹੁੰਦੀ ਸੀ, ਤਿਕੋਣੀ ਨਹੀਂ ਸੀ ਹੋਈ। ਜਦੋਂ ਹਾਲੇ ਪੰਜਾਬ ਵਿੱਚ ਗਰੰਟੀਆਂ ਵਾਲਾ ਇਨਕਲਾਬ ਨਹੀਂ ਸੀ ਆਇਆ ਤੇ ਕੇਂਦਰ ਵਿੱਚ ਕਿਧਰੇ ਸਵਾਮੀਨਾਥਨ ਕਮਿਸ਼ਨ ਵਾਲੀ MSP ਦੀ ਹਾਲੇ ਕੋਈ ਗੱਲ ਕਰਦਾ ਸੀ। ਉਹ ਮੰਜ਼ਰ ਯਾਦ ਕਰੋ। ਉਨੀ ਦਿਨੀ ਇੱਕ ਵਾਰੀ ਤਾਂ ਖੁਦਕੁਸ਼ੀ ਕਰ ਰਹੇ ਕਿਸਾਨਾਂ ਮਜ਼ਦੂਰਾਂ ਬਾਰੇ ਚਰਚਾਵਾਂ, TV ਡਿਬੇਟਾਂ ਦਾ ਹੜ੍ਹ ਆਇਆ ਹੋਇਆ ਸੀ। ਸਮਾਜਿਕ ਬਹਿਸ ਉੱਤੇ, ਸਾਡੀ ਆਪਸੀ ਗੱਲਬਾਤ ਉੱਤੇ, TV ਡਿਬੇਟਾਂ ਦੀ ਦੁਨੀਆ ਉੱਤੇ ਹਾਲੇ ਜਿਹੜੀ ਸ਼ਰਮ ਕਿਸਾਨ ਅੰਦੋਲਨ ਨੇ ਤਾਰੀ ਕੀਤੀ ਸੀ, ਉਹਦਾ ਕੁਝ ਅਸਰ ਉਦੋਂ ਬਾਕੀ ਸੀ। ਫਿਰ ਸਮਾਂ ਬੀਤਿਆ, ਅਖਬਾਰੀ ਸੁਰਖੀਆਂ ਬਦਲੀਆਂ, ਨਿਤ ਨਵਾਂ ਮਸਾਲਾ ਭਾਲਦੇ TV ਡਿਬੇਟਾਂ ਅਤੇ ਫੇਸਬੁੱਕੀ ਟਵਿੱਟਰੀ ਭਲਵਾਨਾਂ ਨੇ ਨਵੇਂ ਮੌਜੂ ਤਲਾਸ਼ ਕੀਤੇ। ਗਵਰਨਰ ਨਾਲ ਲੜਾਈ ਦੇ ਕਿੱਸੇ, ਵਿਧਾਨ ਸਭਾ ਦੇ ਸਪੈਸ਼ਲ ਇਜਲਾਸ, ਜਿੱਥੇ ਕਦੀ ਉਹ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਹੈਰਾਨ ਹੁੰਦੇ ਨੇ ਤੇ ਕਦੀ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਹੈਰਾਨ ਹੁੰਦੇ ਨੇ। ਮਿਮਿਕਰੀ ਵਰਗੀ ਨੋਟੰਕੀ ਜਿੱਥੇ ਚਲਦੀ ਮਜ਼ੇਦਾਰ। ਨੈਸ਼ਨਲ ਲੈਵਲ ਉੱਤੇ ਵੀ ਤਮਾਸ਼ਾ ਇਹੀ ਚੱਲਦਾ ਲਗਾਤਾਰ। ਕਦੇ ਰਾਹੁਲ ਗਾਂਧੀ ਪਾਰਲੀਮੈਂਟ ਚੋਂ ਬਾਹਰ, ਕਦੇ ਪਟਨਾ ਵਿੱਚ ਹੁੰਦੀ ਵਿਰੋਧੀ ਏਕਤਾ, ਕਦੀ ਸ਼ਰਦ ਪਵਾਰ ਨੂੰ ਭਾਜਪਾ ਦਾ ਧੋਬੀ ਪਟਕਾ। ਕੋਈ ਕਸਰ ਰਹਿ ਜਾਵੇ ਤਾਂ ਹਕੂਮਤੀ ਬਿਆਨੀਏ ਪ੍ਰਤੀ ਪ੍ਰਤੀਬੱਧ ਕੋਈ ਨੇਤਾ ਕਿਸੇ ਆਦੀਵਾਸੀ ਉੱਤੇ ਪਿਸ਼ਾਬ ਵੀ ਕਰ ਦਿੰਦਾ ਹੈ। ਕੋਈ ਘਾਟਾ ਸੁਰਖੀਆਂ ਦਾ, ਡਿਬੇਟਾਂ ਜੋਗੇ ਮਸਲਿਆਂ ਮਸਾਲਿਆਂ ਦਾ। ਹਾਂ, ਇਸ ਸਭ ਦੇ ਦੌਰਾਨ ਕਿਸਾਨਾਂ ਬਾਰੇ, ਕਿਸਾਨੀ ਖੁਦਕੁਸ਼ੀਆਂ ਬਾਰੇ, ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ, ਸਵਾਮੀਨਾਥਨ ਰਿਪੋਰਟ ਬਾਰੇ, MSP ਦੀ ਕਾਨੂੰਨੀ ਗਰੰਟੀ ਬਾਰੇ ਸਾਰੇ ਡਿਬੇਟ ਗੁਆਚ ਗਏ। ਪਰ ਇੱਕ ਕੰਮ ਨਿਰੰਤਰ ਜਾਰੀ ਹੈ। ਇੱਕ ਧਿਰ ਨੇ ਆਪਣਾ ਫੋਕਸ ਬਿਲਕੁਲ ਨਹੀਂ ਗਵਾਇਆ। ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਤੇ ਇਹ ਸਮਝਦਿਆਂ ਹੋਇਆਂ ਕਿ ਕੋਈ ਸਾਡੇ ਬਾਰੇ ਗੱਲ ਕਰੇ ਜਾਂ ਨਾ ਕਰੇ, ਅਸੀਂ ਆਪਣਾ ਫਰਜ਼ ਨਿਭਾਉਂਦੇ ਰਹੀਏ। ਕਿਸਾਨ ਮਜ਼ਦੂਰ ਲਗਾਤਾਰ ਆਪ ਉਸ ਜ਼ਿੰਮੇਵਾਰੀ ਦੇ ਅਹਿਸਾਸ ਨਾਲ, ਉਸੇ ਰਫ਼ਤਾਰ ਨਾਲ, ਉਸੇ ਲਗਾਤਾਰਤਾ ਨਾਲ ਬਾਕਾਇਦਾ ਖੁਦਕੁਸ਼ੀ ਕਰਦੇ ਜਾ ਰਹੇ ਹਨ। ਉਹਨਾਂ ਨੇ ਇਸ ਸਿਲਸਿਲੇ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਸੁਰਖੀ ਛਪੇ ਜਾਂ ਨਾ ਛਪੇ, ਡਿਬੇਟ ਹੋਵੇ ਜਾਂ ਨਾ ਹੋਵੇ, ਉਹ ਪੱਖੇ ਉੱਤੋਂ ਲਟਕ ਰਿਹਾ ਹੈ, ਸਲਫਾਸ ਦੀ ਗੋਲੀ ਖਾ ਰਿਹਾ, ਗੱਡੀ ਅੱਗੇ ਛਾਲ ਮਾਰ ਰਿਹਾ। ਇਹ ਫੈਸਲਾ ਹੀ ਕਰਨਾ ਹੁੰਦਾ ਹੈ, ਅਸੀਂ ਤੇ ਤੁਸੀਂ, ਕਿ ਬੇਸ਼ਰਮੀ ਦਾ ਇਹ ਆਲਮ ਕਦੋਂ ਤੱਕ ਸਾਡੇ ਉੱਤੇ ਤਾਰੀ ਰਹਿਣਾ। ਇਸ ਲਈ ਮੁੜ ਉਹੀ ਗੱਲ ਕਰਨ ਲਈ ਅੱਜ ਦੇਵੇਂਦਰ ਸ਼ਰਮਾ ਜੀ ਨੂੰ ਦਰਖਾਸਤ ਕੀਤੀ ਹੈ ਕਿ ਕਿਸਾਨ ਦਾ, ਮਜ਼ਦੂਰ ਦਾ, ਖੇਤ ਦਾ, ਭੋਜਨ ਨੀਤੀਆਂ ਦਾ ਤੇ ਦੇਸ਼ ਦੇ ਵਿਕਾਸ ਵਾਲੇ ਡਿਬੇਟ ਦਾ ਹਾਲ ਇੱਕ ਵਾਰੀ ਫਿਰ ਤੋਂ ਦੱਸੋ। ਗੱਲਾਂ ਭਾਵੇਂ ਪੁਰਾਣੀਆਂ ਦੁਹਰਾਓ, ਪਰ ਸਾਨੂੰ ਕਿਸੇ ਸ਼ਰਮ ਹਿਆ ਦਾ ਅਹਿਸਾਸ ਦਿਵਾਓ। ਵਰਨਾ ਮਨੋਰੰਜਨ ਵਾਲਾ ਮੀਡੀਆ ਜਿਹੜਾ, ਉਹ ਬੇਗੈਰਤੀ ਮੀਡੀਆ, ਉਹਦੇ ਵਿੱਚ ਮਸਲਿਆਂ ਦਾ ਸਾਨੂੰ ਕੋਈ ਘਾਟਾ ਨਹੀਂ। ਦੇਵੇਂਦਰ ਸ਼ਰਮਾ ਜੀ, ਹਾਊ ਇਜ਼ ਇਟ ਕਿ ਲਾਸ਼ਾਂ ਲਟਕਦੀਆਂ ਰਹਿਣ ਘਰਾਂ ਦੇ ਵਿੱਚੋਂ, ਉਹਦੀਆਂ ਖਬਰਾਂ ਸਾਨੂੰ ਪਤਾ ਹੋਣ, ਸਭ ਨੂੰ ਪਤਾ ਕਿ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਠਹਿਰਾਓ ਨਹੀਂ ਆ ਰਿਹਾ। ਨੋਬਡੀ ਇਜ਼ ਪ੍ਰੈਸਿੰਗ ਦਾ ਪੌਜ਼ ਬਟਨ, ਕੋਈ ਨਹੀਂ ਕਹਿ ਰਿਹਾ। ਇੱਕ ਬਿਆਨੀਆ ਜ਼ਰੂਰ ਚੱਲਦਾ ਕਿ ਇਹ ਖਬਰਾਂ ਛਾਪਣੀਆਂ ਬੰਦ ਕਰ ਦਿਓ। ਪਿੱਛੇ ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇੱਕ ਵਾਈਸ ਚਾਂਸਲਰ ਸਨ, ਉਹਨਾਂ ਨੇ ਖੂਬ ਚਲਾਇਆ ਕਿ ਕਿਸਾਨ ਖਬਰਾਂ ਪੜ੍ਹ ਕੇ ਸੁਸਾਈਡ ਕਰਦੇ ਨੇ, ਨੈਗੇਟਿਵਿਟੀ ਫੈਲਦੀ ਹੈ, ਮੁਸਬਤ ਖਬਰਾਂ ਚਲਾਓ, ਪੋਜ਼ੀਟਿਵ ਖਬਰਾਂ 'ਚ। ਹੁਣ ਤੇ ਖਬਰਾਂ ਵੀ ਨਹੀਂ ਛਪ ਰਹੀਆਂ, ਹੁਣ ਤੇ ਡਿਬੇਟ ਵੀ ਨਹੀਂ ਸੀ ਹੋ ਰਹੇ। ਹੁਣ ਕਿਸਾਨਾਂ ਨੂੰ ਰੁਕ ਜਾਣਾ ਚਾਹੀਦਾ ਸੀ। ਹੁਣ ਮਜ਼ਦੂਰ ਕਿਉਂ ਖੁਦਕੁਸ਼ੀਆਂ ਕਰ ਰਹੇ ਨੇ? ਹਾਊ ਡੂ ਵੀ ਲੂਜ਼ ਦਾ ਡਿਬੇਟ? ਵਾਈ ਆਰ ਦੇ ਕੰਟੀਨਿਊਇੰਗ ਟੂ ਡਾਈ ਵੈਨ ਇਟਸ ਨਾਟ ਮੇਕਿੰਗ ਐਨੀ ਇੰਪੈਕਟ? ਫਰਕ ਕਿਹਨੂੰ ਪੈ ਰਿਹਾ? ਜਦ ਮੈਂ ਯੰਗ ਸਟੂਡੈਂਟ ਹੁੰਦਾ ਸੀਗਾ, ਮੈਨੂੰ ਯਾਦ ਹੈ ਅਸੀਂ ਇੱਕ ਵਕਤਵ ਪੜ੍ਹਦੇ ਸੀਗੇ ਕਿ ਬਈ ਜਦ ਖਤਰਾ ਸਾਹਮਣੇ ਆਉਂਦਾ ਹੈਗਾ ਤਾਂ ਬਿੱਲੀ ਦੇ ਰੂਪ ਵਿੱਚ ਖਤਰਾ ਸਾਹਮਣੇ ਆਉਂਦਾ ਤਾਂ ਕਬੂਤਰ ਆਪਣੀ ਅੱਖਾਂ ਬੰਦ ਕਰ ਲੈਂਦਾ। ਉਹਨੂੰ ਲੱਗਦਾ ਕਿ ਬਈ ਖਤਰਾ ਟਲ ਗਿਆ ਮੇਰਾ। ਮੈਨੂੰ ਲੱਗਦਾ ਕਿ ਇਹ ਜਿਹੜੀ ਸੋਚ ਹੈ, ਉਹ ਵਾਈ ਵੀ ਬਲੇਮ ਓਨਲੀ ਐਨੀਮਲਸ, ਇਹ ਸਾਡੇ 'ਚ ਵੀ ਹੈ। ਅਸੀਂ ਸੋਚਦੇ ਹਾਂ ਕਿ ਖਤਰਾ ਹੀ ਖਤਮ ਹੋ ਜਾਏਗਾ ਜੇ ਤੁਸੀਂ ਖਤਰੇ ਦੀ ਗੱਲ ਹੀ ਨਾ ਕਰੋ। ਹੁਣ ਜੋ ਤੁਸੀਂ ਦੱਸਿਆ ਕਿ ਵੀ ਕਿਸਾਨ ਦਾ ਜਿਹੜੀ ਦੁਰਦਸ਼ਾ
ਹੈ ਜਾਂ ਮਜ਼ਦੂਰ ਦੀ ਦੁਰਦਸ਼ਾ ਹੈ ਹਿੰਦੁਸਤਾਨ ਵਿੱਚ, ਉਸ ਆਪਾਂ ਨੂੰ ਸਭ ਨੂੰ 75 ਸਾਲ ਤੋਂ ਆਪਾਂ ਜਾਣਦੇ ਹਾਂ ਕਿ ਉਹ ਸਾਈਕਲ ਜਿਹੜਾ ਹੈਗਾ ਉਹ ਰਿਪੀਟ ਹੁੰਦਾ ਜਾਂਦਾ ਹੈ। ਔਰ ਉਹਨੂੰ ਹੁਣ ਅਸੀਂ ਇਹ ਸੋਚ ਲਿਆ ਕਿ ਇਹਦਾ ਸੋਲੂਸ਼ਨ ਜਿਹੜਾ ਹੈਗਾ ਇੱਕੋ ਹੀ ਹੈ ਕਿ ਆਪਾਂ ਉਸ ਖਤਰੇ ਨੂੰ ਉਹਦੀ ਗੱਲ ਹੀ ਨਾ ਕਰੀਏ। ਆਪਾਂ ਨੂੰ ਲੱਗਿਆ ਕਿ ਪੂਰੀ ਡਿਬੇਟ ਵਿੱਚ ਜਾਂ ਆਪਣੇ ਨੈਰੇਟਿਵ ਵਿੱਚ ਉਹ ਗਾਇਬ ਹੀ ਹੋ ਜਾਏ ਔਰ ਉਹਨੂੰ ਅਸੀਂ ਡੈਫੀਨੇਸ਼ਨਸ ਵੀ ਬਦਲ ਦਈਏ। ਦੇਖੋ ਨਾ, ਆਫਟਰ ਆਲ ਅਗਰ ਤੁਸੀਂ ਦੇਖੋ ਜਦ ਬੰਗਾਲ ਫੈਮਿਨ ਹੋਇਆ ਸੀਗਾ, ਸਾਨੂੰ ਸਭ ਨੂੰ ਪਤਾ ਹੈ ਕਿ 30 ਲੱਖ ਲੋਕੀ ਮਰੇ ਸੀਗੇ, ਐਸਟੀਮੇਟਡ ਘੱਟ ਤੋਂ ਘੱਟ ਜਿਹੜਾ ਹੋਇਆ ਸੀਗਾ। ਉਸ ਟਾਈਮ ਵੀ ਫੈਮਿਨ ਸ਼ਬਦ ਇੰਗਲੈਂਡ ਨੇ ਜਾਂ ਬ੍ਰਿਟਿਸ਼ ਹਕੂਮਤ ਨੇ ਨਹੀਂ ਯੂਜ਼ ਕੀਤਾ। ਉਹਦਾ ਕਾਰਨ ਇਹ ਸੀਗਾ ਕਿ ਫੈਮਿਨ ਮਤਲਬ ਹੈ ਕਿ ਤੁਹਾਨੂੰ ਫਿਰ ਸਾਰੇ ਜਿਹੜੇ ਉਹਦੇ ਰਿਸਪੌਂਸਿਸ ਹੈਗੇ ਉਹ ਤੁਹਾਨੂੰ ਦੇਣ ਪੈਣਗੇ, ਸਟੇਟ ਸਰਕਾਰ ਨੂੰ ਰਿਸਪੌਂਡ ਕਰਨਾ ਪਏਗਾ, ਉਸ ਐਡਰੈਸ ਕਰਨਾ ਪਏਗਾ, ਸਾਰੀ ਮਦਦ ਇਮਦਾਦ ਇੱਧਰ ਆਏਗੀ, ਗ੍ਰੇਨ ਉਧਰ ਨੂੰ ਭੇਜਿਆ ਜਾਏਗਾ। ਹਾਂ, ਤਾਂ ਉਸ ਨੂੰ ਕਰਨ ਵਾਸਤੇ ਉਹਨਾਂ ਨੂੰ ਅਵੋਇਡ ਕਰਨ ਵਾਸਤੇ ਉਹਨਾਂ ਨੇ ਫੈਮਿਨ ਦਾ ਉਪਯੋਗ ਨਹੀਂ ਕੀਤਾ। ਫਿਰ ਸਾਡਾ ਜਿਹੜਾ ਸਿਸਟਮ ਬਾਅਦ ਚ ਆਇਆ, ਅਸੀਂ ਅਡਾਪਟ ਕੀਤਾ ਇੰਡੀਅਨ ਗਵਰਨਮੈਂਟ ਨੇ, ਉਹਨਾਂ ਨੇ ਵੀ ਫੈਮਿਨ ਨੂੰ ਇਸ ਤਰੀਕੇ ਨਾਲ ਕਰਤਾ ਕਿ ਅੱਜ ਤੁਸੀਂ ਦੇਖੋ ਪਿਛਲੇ 75 ਸਾਲਾਂ ਵਿੱਚ ਕਦੀ ਫੈਮਿਨ ਦੀ ਗੱਲ ਨਹੀਂ ਹੁੰਦੀ ਹੈਗੀ ਹੈ। ਯੂ ਟਾਕ ਆਫ ਸਟਾਰਵੇਸ਼ਨ, ਉੱਥੇ ਵੀ ਡੈਫੀਨੇਸ਼ਨਸ ਉਲਟੀ ਆ ਜਾਂਦੀਆਂ ਕਿ ਨਹੀਂ ਜੀ ਉਹਦਾ ਤਾਂ ਪੇਟ 'ਚ ਦਰਦ ਹੁੰਦਾ ਸੀਗਾ, ਉਹਨੂੰ ਫਲਾਣੀ ਬਿਮਾਰੀ ਹੋਈ ਸੀਗੀ, ਉਹ ਤਾਂ ਮਰ ਗਿਆ, ਭੁੱਖ ਕਰਕੇ ਨਹੀਂ ਮਰਿਆ। ਫਿਰ ਹੁਣ ਦੇਖੋ, ਹੁਣ ਇੱਕ ਹੰਗਰ ਇੰਡੈਕਸ ਦੀ ਗੱਲ ਹੁੰਦੀ ਹੈ। ਹਰ ਸਾਲ ਅਸੀਂ ਦੇਖਦੇ ਹਾਂ ਕਿ ਹੰਗਰ ਇੰਡੈਕਸ ਸਾਨੂੰ ਸਾਡੀ ਰੈਂਕਿੰਗ ਹਿੰਦੁਸਤਾਨ ਦੀ ਥੱਲੇ ਤਾਂ ਥੱਲੇ ਕਰੀ ਜਾਂਦਾ। ਭੁੱਖ ਦਾ ਪੈਮਾਨਾ ਨਾਲ ਕਿੰਨੇ ਮਰ ਰਹੇ ਹਨ, 2022 ਦਾ ਡਾਟਾ ਹੈ ਕਿ 121 ਦੇਸ਼ ਦੇ ਜਿਹੜੇ ਰੈਂਕਿੰਗ ਹੁੰਦੀ ਹੈ ਉਹਦੇ ਵਿੱਚ ਹਿੰਦੁਸਤਾਨ ਦਾ 107 ਨੰਬਰ ਸੀਗਾ। ਤਾਂ ਇਹ ਜਿਹੜੀਆਂ ਚੀਜ਼ਾਂ ਹੁਣ ਸਰਕਾਰ ਨੇ ਕਹਿਤਾ ਕਿ ਬਈ ਜਾਂ ਪਾਲਿਸੀ ਮੇਕਰਸ ਨੇ ਕਹਿਤਾ ਕਿ ਬਈ ਆਪਾਂ ਇਹਨੂੰ ਰਿਜੈਕਟ ਕਰਦੇ ਹਾਂ, ਅਸੀਂ ਆਪਣੀ ਦੁਬਾਰਾ ਇੱਕ ਬਣਾਵਾਂਗੇ। ਇਹ ਜਿਹੜੇ ਲੋਕ ਜਿਹੜੇ ਕਹਿ ਰਹੇ ਨੇ ਅਸੀਂ ਭੁੱਖੇ ਆ, ਭੁੱਖ ਨਾਲ ਮਰ ਰਹੇ ਆ, ਰੋਜ਼ ਭੁੱਖੇ ਸੌਂਦੇ ਆ, ਇਹ ਭੁੱਖੇ ਨਹੀਂ ਹਨ ਸਰਕਾਰੀ ਤੌਰ ਤੇ। ਅਸੀਂ ਮਤਲਬ ਅਸੀਂ ਪੈਰਾਮੀਟਰ ਹੀ ਬਦਲਦੇ ਨੇ, ਤੁਹਾਨੂੰ ਪਤਾ ਹੀ ਨਾ ਚੱਲੇ ਕਿ ਕਿੰਨੇ ਭੁੱਖ ਦੇ ਅੰਡਰ ਜਾਂ ਭੁੱਖ ਦੀ ਲਾਈਨ ਦੀ ਰੇਖਾ ਤੋਂ ਥੱਲੇ ਹੈਗੇ ਜਾਂ ਨਹੀਂ ਹੈਗੇ। ਹੁਣ ਇੱਕ ਡਰਾਊਟ ਦਾ ਵੀ, ਹੁਣ ਸੁੱਖਾ ਵੀ ਪੈਂਦਾ ਹੈ ਤਾਂ ਚਰਚਾ ਹੁੰਦੀ ਹੈ ਕਿ ਬਈ ਸੁੱਖਾ ਪੈ ਗਿਆ ਹੈਗਾ ਔਰ ਉਹਦੇ ਵਿੱਚ ਸਰਕਾਰ ਨੂੰ ਰਿਸਪੌਂਡ ਕਰਨਾ ਪੈਂਦਾ ਹੈ। ਤਾਂ ਉਹਨੂੰ ਬਚਣ ਵਾਸਤੇ ਹੁਣ ਉਹਨੇ ਇੰਨੇ ਸਾਰੇ ਉੱਚ ਕੰਪਲਿਕੇਸ਼ਨਸ ਲੈ ਆਏ ਹੈਗੇ, ਚੇਂਜ ਕੀਤੀ ਜਾ ਰਹੀ ਹੈ, ਡਰਾਊਟ ਦੀ ਪਰਿਭਾਸ਼ਾ ਹੁਣ ਚੇਂਜ ਕੀਤੀ ਜਾ ਰਹੀ ਹੈ। ਸੋਕਾ ਕਿਸ ਨੂੰ ਕਹਿਣਾ? ਮੇਰਾ ਮਤਲਬ ਕਿ ਅੱਗੇ ਤੋਂ ਤੁਸੀਂ ਇਹ ਵੀ ਦੇਖੋਗੇ ਹਿੰਦੁਸਤਾਨ 'ਚ ਸੁੱਖਾ ਹੀ ਨਹੀਂ ਪਏਗਾ। ਹਾਂਜੀ, ਤੁਸੀਂ ਹੰਗਰ ਦੀ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਆ ਕਿ ਉਹ ਕਿਸ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਅਸੀਂ ਹੰਗਰ ਦੇ ਕਿਹੜੇ ਇੰਡੈਕਸ ਤੇ ਜਾਂ ਕਿਸ ਪੈਮਾਨੇ ਤੇ ਖੜੇ ਹੈਗੇ ਆ। ਇਹ ਜਿਹੜਾ ਇੱਕ ਸੋਚ ਹੈ, ਮੈਂ ਅਗੇਨ ਉਸੇ ਧਿਆਨ ਨਾਲ ਕਿ ਵੀ ਅਸੀਂ ਉਹ ਸਾਨੂੰ ਜੈਸੇ ਪੜ੍ਹਦੇ ਹੁੰਦੇ ਸੀਗੇ, ਜੈਸੇ ਛੋਟੇ ਸੀਗੇ ਸਕੂਲਾਂ 'ਚ ਕਾਲਜਾਂ ਵਿੱਚ ਅਸੀਂ ਆਏ ਸੀਗੇ ਕਿ ਉਹੀ ਕਬੂਤਰ ਵਾਲੀ ਜਿਹੜੀ ਸਾਡੀ ਫਿਤਰਤ ਹੈ ਉਹਨੂੰ ਸਾਨੂੰ। ਮੇਰੇ ਕੋਲ ਐਕਸਕਿਊਜ਼ ਹੋਏਗਾ ਕਿ ਅਸੀਂ ਡਿਬੇਟ ਤਾਂ ਨਹੀਂ ਕਰਦੇ ਕਿਉਂਕਿ ਹੁਣ ਅਕਾਲ ਪੈਂਦਾ ਨਹੀਂ ਹੈ, ਸੋਕਾ ਪੈਂਦਾ ਨਹੀਂ ਹੈ, ਲੋਕ ਭੁੱਖੇ ਹਨ ਨਹੀਂ, ਖਬਰਾਂ ਛਪ ਨਹੀਂ ਰਹੀਆਂ। ਬਿਲਕੁਲ ਠੀਕ ਕਰ ਰਹੇ ਹੋ, ਬਿਲਕੁਲ ਠੀਕ ਕਰ ਰਹੇ ਹੋ। ਤਾਂ ਫਿਰ ਇਹੀ ਤਾਂ ਗੱਲ ਹੈ ਕਿ ਜਦ ਉਹ ਇੱਕ ਤਰ੍ਹਾਂ ਤੁਹਾਡੇ ਕਿਸਾਨ ਵੀ ਗਰੀਬ ਨਹੀਂ, ਅਸੀਂ ਸਰਕਾਰੀ ਤੌਰ ਤੇ ਇੱਕ ਪ੍ਰੈਸ ਰਿਲੀਜ਼ ਆ ਜਾਏਗੀ ਸਾਡਾ ਕਿਸਾਨ ਗਰੀਬ ਨਹੀਂ ਹੈ, ਖੁਸ਼ਹਾਲ ਹੈ। ਨਹੀਂ, ਇਹ ਤੁਸੀਂ ਆ ਨਹੀਂ ਜਾਏਗੀ। ਇੱਕ ਬਲੂਮਬਰਗ ਨੇ ਇੱਕ ਰਿਪੋਰਟ ਕੈਰੀ ਕੀਤੀ ਹੈ ਹੁਣੀ ਰੀਸੈਂਟਲੀ, ਉਹ ਕਹਿੰਦਾ ਕਿ ਜਿਹੜੇ ਹਾਈ ਨੈਟ ਵਰਥ ਇੰਡੀਵਿਜੂਅਲ ਹੈਗੇ ਆ, ਜਿਹੜੇ ਜ਼ਿਆਦਾ ਸੁਪਰ ਰਿਚ ਹੋ ਰਹੇ ਹੈ, ਉਹ ਕਹਿੰਦਾ ਉਹ ਪਿੰਡਾਂ ਵਿੱਚ ਸੁਪਰ ਰਿਚ ਹੋ ਰਹੇ ਹੈਗੇ ਹੈ। They have come out with a report now. ਇਹ 2-3-4 ਵਾਰੀ ਇਹ ਸਾਨੂੰ ਪਤਾ ਨਹੀਂ ਲੱਗਦਾ ਵੀ ਪਿੰਡ ਇੰਨੀ ਤਰੱਕੀ ਕਰਦਾ ਜਾ ਰਿਹਾ ਹੈ ਕਿ ਜਿਹੜੇ ਉਹ ਕੀ ਕਹਿੰਦੇ ਨੇ HNWI, ਹਾਂ, ਉਹ ਹਾਈ ਨੈਟਵਰਥ ਇੰਡੀਵਿਜੂਅਲ, ਉਹ ਤੇ ਪਿੰਡਾਂ ਵਿੱਚੋਂ ਪੈਦਾ ਹੋ ਰਹੇ ਨੇ। ਸਾਨੂੰ ਇੱਥੇ ਡਿਬੇਟ ਕਰਨੇ ਚਾਹੀਦੇ ਨੇ ਕਿ ਪਿੰਡ ਵਿੱਚ ਲੋਕ ਇੰਨੀ ਆਲੀਸ਼ਾਨ ਤਰੱਕੀ ਕਿਵੇਂ ਕਰ ਰਹੇ ਹਨ, ਉਹਨਾਂ ਦੇ ਪਿੱਛੇ ਕੀ ਰਾਜ। ਮੈਂ ਇਹੀ ਕਹਿ ਰਿਹਾ ਕਿ ਉਹ ਸਾਰਾ ਜਿਹੜਾ ਪੂਰਾ ਸੋਚ ਹੈ ਜਾਂ ਦੇਖਣ ਦਾ ਤਰੀਕਾ ਜਾਂ ਪ੍ਰਤੀਬਿੰਬ ਜਿਹਨੂੰ ਆਪਾਂ ਕਹਿੰਦੇ ਆ, ਉਹ ਸਾਰਾ ਬਦਲ ਜਾਏਗਾ। ਜਦ ਉਹ ਬਦਲ ਜਾਏਗਾ ਤਾਂ ਫਿਰ ਤੁਹਾਡੇ ਸਾਹਮਣੇ ਉਹ ਹਿੰਦੁਸਤਾਨ ਜਿਹਦੀ ਆਪਾਂ ਗੱਲ ਕਰਦੇ ਹਾਂ ਉਹ ਗਾਇਬ ਹੋ ਜਾਏਗਾ। ਐਂਡ ਦੈਨ ਯੂ ਆਰ ਵੈਰੀ ਹੈਪੀ ਉਸ 10% ਦੇ ਨਾਲ ਆਪਾਂ ਜਿਹੜੀ ਗੱਲ ਕਰਨੀ ਹੈਗੀ ਆ, ਜਿਹੜੀ ਜਿਸ ਸਮਾਜ ਦੇ ਵਿੱਚ ਅਸੀਂ ਸਭ ਰਹਿੰਦੇ ਹੈਗੇ ਆ, ਜਿਹਦੇ ਵਿੱਚ ਉਹ ਡੋਮੀਨੇਟ ਕਰਦਾ ਉਹ ਨੈਰੇਟਿਵ, ਆਪਣੇ ਆਪ ਨੂੰ ਜੋ ਵੀ ਉਹ ਬੈਨੀਫਿਟ ਵੀ ਕਹੋ, ਨੈਰੇਟਿਵ ਵੀ ਕਹੋ, ਸਭ ਉਹੀ ਬਿਲਡਅਪ ਕਰਦਾ। ਮੈਂ ਇੱਕ ਰਿਪੋਰਟ ਦੇਖ ਰਿਹਾ ਸੀਗਾ ਹੁਣ ਕਿ ਬਈ ਕਾਰਾਂ ਸਾਡੇ ਦੇਸ਼ ਵਿੱਚ ਬਹੁਤ ਹੋ ਗਈਆਂ, ਹਰ ਘਰ ਦੇ ਅੱਗੇ 2-3-4 ਕਾਰਾਂ, ਲੜਾਈ ਵੀ ਹੁੰਦੀਆਂ ਕਿ ਪਾਰਕਿੰਗ ਕਿੱਥੇ ਕਰਨੀ ਹੈ। ਪਰ ਇਤਫਾਕ ਇਹ ਹੈ ਕਿ ਸਿਰਫ 7.5% ਕੋਲ ਹਿੰਦੁਸਤਾਨ ਵਿੱਚ ਕਾਰਾਂ ਹੈਗੀਆਂ। ਤੇ ਡਿਬੇਟ ਕਿੰਨੇ ਨੇ ਇਹਦੇ ਬਾਰੇ? ਔਰ ਡਿਬੇਟ ਇਸ ਤਰ੍ਹਾਂ ਆਉਂਦੀ ਹੈ ਕਿ ਸਾਰਾ ਹਿੰਦੁਸਤਾਨ ਇੰਨੀ ਆਟੋ ਇੰਡਸਟਰੀ ਦੇ ਮੈਗਜ਼ੀਨ ਹੀ ਇੰਨੇ ਜ਼ਿਆਦਾ ਨੇ, ਮੈਂ ਕਦੀ ਖੇਤੀ ਬਾਰੇ ਇੰਨੇ ਮੈਗਜ਼ੀਨ ਨਹੀਂ ਦੇਖਿਆ ਵੀ ਸੂਰਜਮੁਖੀ ਦੇ 5-6 ਮੈਗਜ਼ੀਨ ਨਿਕਲਦੇ ਨੇ, ਇਹ ਤਾਂ ਨਹੀਂ ਹੁੰਦਾ ਸਾਡੇ ਕਾਰਾਂ ਤੇ ਆਟੋ। ਮੈਂ ਉਹੀ ਕਹਿ ਰਿਹਾ ਕਿ ਉਹ 7.5% ਨੇ ਹੀ ਇੱਕ ਸਾਰੀ ਸਪੇਸ ਆਕੂਪਾਈ ਕਰ ਲਈ ਹੈ। ਜਿਨ੍ਹਾਂ ਕੋਲ ਨਹੀਂ ਹੈਗਾ ਉਹ ਤਾਂ ਬਿਲਕੁਲ ਸੀਨ ਤੋਂ ਬਾਹਰ ਹੋ ਗਏ ਹੈਗੇ ਆ। ਹੁਣ ਕਿੰਨੇ ਕੋਲ ਸਾਈਕਲਾਂ ਹੈਗੀਆਂ, ਕਿੰਨੇ ਕੋਲ ਸਕੂਟਰ ਹੈਗੇ, ਉਹ ਤਾਂ ਹੀ ਪਤਾ ਚੱਲਦਾ ਜਦ ਤੁਸੀਂ ਗਰੀਬੀ ਦਿਖਾਣੀ ਹੁੰਦੀ ਹੈ ਕਿ ਨਹੀਂ ਜੀ ਪਿੰਡਾਂ ਵਿੱਚ ਇਸ ਟਾਈਮ ਇਕਨੋਮਿਕ ਹਾਲਾਤ ਠੀਕ ਹੈ, ਸਕੂਟਰ ਮੋਟਰਸਾਈਕਲ ਜ਼ਿਆਦਾ ਵਿਕ ਰਹੇ ਹੈ, ਟਰੈਕਟਰ ਜ਼ਿਆਦਾ ਵਿਕ ਰਹੇ ਹੈਗੇ, ਉਹ ਇੰਡੀਕੇਟਰ ਬਣ ਗਏ ਹੈਗੇ। ਹੁਣ ਅਸੀਂ ਇਹ ਜਿਹੜੇ ਇੰਡੀਕੇਟਰ ਨਵੇਂ ਖੜੇ ਕਰਤੇ ਹੈਗੇ ਆ, ਆਈ ਥਿੰਕ ਦੈਟ ਇਜ਼ ਵੇਅਰ ਦੀ ਵਰਲਡ ਇਜ਼ ਮੂਵਿੰਗ ਟੂ। ਔਰ ਸਾਨੂੰ ਇਹ ਸਭ ਨੂੰ ਸੋਚਣਾ ਪਏਗਾ, ਸਮਾਜ ਨੂੰ ਵੀ ਸੋਚਣਾ ਪਏਗਾ ਕਿ ਵੀ ਅਸੀਂ ਕਦ ਤੱਕ ਕਬੂਤਰ ਵਰਗੇ ਆਪਣੀ ਅੱਖਾਂ ਬੰਦ ਕਰਕੇ ਬੈਠੇ ਰਹਾਂਗੇ। ਆਈ ਥਿੰਕ ਦੈਟ ਇਜ਼ ਦ ਬਿਗਰ ਇਸ਼ੂ ਸਰ। ਕਿਸੇ ਵੀ ਸਰਕਾਰ ਦੇ ਸਾਹਮਣੇ ਇੱਕ ਸਾਫ਼ ਰਸਤੇ ਹੁੰਦੇ ਨੇ, ਜਾਂ ਤਾਂ ਉਹ ਇਹ ਗੱਲ ਕਰੇ ਕਿ ਦੇਸ਼ ਦੇ ਵਿੱਚ ਇਹ ਸਮੱਸਿਆਵਾਂ ਨੇ, ਮੇਰੀ ਕਿਸਾਨੀ ਨਾਲ, ਮੇਰੇ ਫਾਰਮ ਸੈਕਟਰ ਨਾਲ
ਕਿਉਂਕਿ ਅਸੀਂ ਲਾਰਜਲੀ ਹੁਣ ਸਰਕਾਰ ਨੇ ਕਹਿਣਾ ਵਾਸਤੇ ਬੰਦ ਕਰ ਦਿੱਤਾ ਕਿ ਅਸੀਂ ਐਗਰੇਰੀਅਨ ਇਕਨੋਮੀ ਆ, ਪਰ ਕਮ ਵਕਤ ਉਹਨਾਂ ਅੰਕੜਿਆਂ ਦਾ ਕੀ ਕਰੀਏ ਜਿਹੜੇ ਦੱਸਦੇ ਨੇ ਕਿ ਕਿੰਨੇ ਲੋਕ ਰੂਰਲ ਇਕਨੋਮੀ ਦੇ ਉੱਤੇ ਡਿਪੈਂਡੈਂਟ ਨੇ ਜਾਂ ਡਾਇਰੈਕਟਲੀ ਇਨਵੋਲਵ ਨੇ ਜਾਂ ਉਹਦੇ ਉੱਤੇ ਡਿਪੈਂਡੈਂਟ ਨੇ। ਇਹ ਜੇ ਸਰਕਾਰ ਉਹਦੇ ਬਾਰੇ ਗੱਲ ਕਰੇਗੀ ਤਾਂ ਫਿਰ ਉਹਦੇ ਬਾਰੇ ਗੱਲ ਹੋਏਗੀ, ਫਿਰ ਲੋਕ ਬਾਰ-ਬਾਰ ਵਾਪਸ ਜਾਣਗੇ, ਚਾਹੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੋਲ ਵਾਪਸ ਜਾਣ। ਜੇ ਕਦੀ ਲੋਕੀ ਦੇਖ ਲੈਣ ਗਲਤੀ ਨਾਲ ਕਿ ਉਹ ਜਿਸ ਦੀ ਰੋਜ਼ ਜ਼ਿਕਰ ਹੁੰਦਾ ਤੇ ਸਾਲਾਂ ਤੋਂ ਹੁਣ ਜ਼ਿਕਰ ਹੋ ਰਿਹਾ ਕਿ ਉਹ ਕਿੰਨੀ ਕੁ ਮੋਟੀ ਹੈ, ਤੇ ਹਾਲੇ ਵੈਸੇ ਸਰਕਾਰ ਨੇ ਲਾਗੂ ਤਾਂ ਨਹੀਂ ਕਰਨੀ, ਸਰਕਾਰ ਨੇ ਹਾਲੇ ਛਾਪੀ ਨਹੀਂ ਹੈ ਆਫੀਸ਼ੀਅਲੀ, ਅਜੇ ਰਿਪੋਰਟ ਨਹੀਂ ਛਾਪੀ। ਅਸੀਂ ਉਹ ਬਿਜਲਈ ਮੀਡੀਆ ਤੋਂ, ਇਲੈਕਟ੍ਰੋਨਿਕ ਮੀਡੀਆ ਤੋਂ ਹੀ ਰਿਪੋਰਟਾਂ ਲਾਲਾ ਪ੍ਰਿੰਟ ਕਰ ਛਪਦੇ। 2500 ਪੇਜਾਂ ਦੀ ਉਹ ਰਿਪੋਰਟ ਹੈ ਤੇ ਉਹਦੀ ਇੱਕ ਲਾਈਨ ਲੋਕਾਂ ਦੇ ਸਾਹਮਣੇ ਆ ਗਈ ਹੈ ਕਿ ਭਾਈ ਕੀਮਤ ਇੰਨੀ ਕਿਸਾਨ ਨੂੰ ਦੇਣੀ ਚਾਹੀਦੀ ਹੈ ਜਿਹੜਾ ਉਹ ਅਨਾਜ ਪ੍ਰੋਡਿਊਸ ਕਰਦਾ, ਜਿੰਨੀ ਉਹਦੀ ਲਾਗਤ ਆਵੇ ਉਹਦੇ 'ਚ 50% ਮੁਨਾਫਾ ਐਡ ਕਰਕੇ ਇਹ ਉਹਦੀ ਕੀਮਤ ਬਣਦੀ ਹੈ। ਠੀਕ ਹੈ। ਹੁਣ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਇਹ ਸਾਡੀਆਂ ਸਮੱਸਿਆਵਾਂ ਨੇ, ਉਸਨੂੰ ਇਹ ਸਭ ਡਿਸਕਸ ਕਰਨਾ ਪਏਗਾ। ਇੰਸਟੈਡ ਆਫ ਦੈਟ ਇਹ 2 ਦਿਨ ਪਹਿਲਾਂ ਜਿਹੜਾ ਐਨੂਅਲ ਇਕਨੋਮਿਕ ਰਿਵਿਊ ਆਇਆ 22-23 ਦਾ, ਉਹਦੇ ਵਿੱਚ ਸਰਕਾਰ ਨੇ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ, ਬਾਹਰੋਂ ਨਿਵੇਸ਼ ਜਿਹੜਾ ਉਹ ਆਉਣ ਦੇ ਵਿੱਚ ਕਿਤੇ ਮੁਸ਼ਕਲਾਂ ਆ ਰਹੀਆਂ ਨੇ। ਉਹਨਾਂ ਕੰਪਨੀਆਂ ਨੂੰ ਲਾਸਟ ਮਾਈਲ ਇਨਫਰਾਸਟ੍ਰਕਚਰ ਪ੍ਰੋਬਲਮਸ ਆ ਰਹੀਆਂ ਨੇ। ਉਹਨਾਂ ਨੇ ਜਦੋਂ ਵੱਡੀਆਂ ਫੈਕਟਰੀਆਂ ਲਗਾਉਣੀਆਂ ਨੇ ਜਿਹਦੇ 'ਚ ਹਜ਼ਾਰਾਂ ਮਜ਼ਦੂਰ ਹੋਣਗੇ, ਉਹਦੇ ਲਈ ਪਰਮਿਸ਼ਨਸ ਦੇ ਵਿੱਚ ਮੁਸ਼ਕਲ ਆ ਰਹੀ ਹੈ। ਇਕੱਠੀ ਇੱਕੋ ਜਗ੍ਹਾ ਤੇ ਸਿੰਗਲ ਪਾਰਸਲ ਲੈਂਡ ਨਹੀਂ ਮਿਲ ਰਹੀ ਹੈ। ਅਸੀਂ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਾਂਗੇ ਕਿਉਂਕਿ ਕੰਟਰੀ ਦੀ ਤਰੱਕੀ ਹੁਣ ਇਸ ਕਰਕੇ ਰੁਕੀ ਹੋਈ ਹੈ ਕਿ ਸਾਡੀ FDI ਉਨੀ ਨਹੀਂ ਆ ਰਹੀ। ਜੇ ਸਰਕਾਰੀ ਬਿਆਨੀਆਂ ਇਹ ਹੋਏਗਾ ਤਾਂ ਡਿਬੇਟ ਫਿਰ ਸਾਰਾ ਤਰੱਕੀ ਬਾਰੇ ਹੋਏਗਾ, ਫਿਰ ਉਹ ਗੁੜਗਾਉਂ ਦੀਆਂ ਆਲੀਸ਼ਾਨ ਮੰਜ਼ਲਾਂ ਬਾਰੇ ਹੋਏਗਾ। ਫਿਰ ਚੰਡੀਗੜ੍ਹ ਦੇ ਲੋਕ ਇਹ ਡਿਬੇਟ ਕਰਨਗੇ ਕਿ ਭਾਈ 2 ਕਮਰਿਆਂ ਦਾ ਫਲੈਟ ਹੁਣ ਚੰਡੀਗੜ੍ਹ 'ਚ ਕਿਧਰੇ ਸਰਕਾਰੀ ਰੇਟ ਦੇ ਉੱਤੇ, ਰਿਜ਼ਰਵ ਪ੍ਰਾਈਸ ਦੇ ਉੱਤੇ 1.5 ਕਰੋੜ ਤੋਂ ਘੱਟ ਦਾ ਨਹੀਂ ਆ ਰਿਹਾ। 3 ਕਮਰਿਆਂ ਵਾਲਾ 2 ਕਰੋੜ ਨੂੰ ਟੱਚ ਕਰੇਗਾ। ਗੁੜਗਾਉਂ 'ਚ ਗਰੀਬ ਆਦਮੀ 4 ਕਰੋੜ ਦਾ ਫਲੈਟ ਲੈ ਕੇ 2 ਕਮਰਿਆਂ ਨਾਲ ਗੁਜ਼ਾਰਾ ਕਰ ਰਿਹਾ, ਉਸ ਨੂੰ ਮੁਸ਼ਕਲਾਂ ਆ ਰਹੀਆਂ ਨੇ। ਸੋ ਜੇ 7.5% ਜਗ੍ਹਾ ਹੌਗ ਕਰ ਸਕਦੇ ਨੇ ਤਾਂ ਗੁੜਗਾਉਂ ਤਾਂ ਸਾਰੇ ਹਰਿਆਣੇ ਤੋਂ ਜ਼ਿਆਦਾ ਜਗ੍ਹਾ ਹੌਗ ਕਰ ਸਕਦਾ। ਦੈਨ ਇਟ ਇਜ਼ देयर ਵਰਲਡ। ਔਰ ਇਹ ਚੁੱਪ-ਚਾਪ ਖੁਦਕੁਸ਼ੀ ਕਰਦਾ ਰਹੇ, ਕੋਈ ਮੁਸ਼ਕਲ ਤਾਂ ਕੋਈ ਰੋਕ ਵੀ ਨਹੀਂ ਰਿਹਾ ਉਹਨੂੰ। ਤਾਂ ਇਹ ਸਰ ਬਹੁਤ ਸਾਲਾਂ ਤੋਂ ਅਗਰ ਤੁਸੀਂ ਦੇਖੋ ਬੜੀ ਸਟਲ ਚੇਂਜ ਜਿਹੜੀ ਸਮਾਜ ਦੇ ਵਿੱਚ ਦੇਖਣ ਦਾ ਇੱਕ ਜਿਹੜਾ ਤਰੀਕਾ ਹੁੰਦਾ ਉਹਦੇ ਵਿੱਚ ਆ ਰਹੀ ਹੈ। ਉਹ ਇਹ ਹੈ ਕਿ ਜਦ ਆਪਾਂ ਗੱਲ ਕਰਦੇ ਹਾਂ ਵਿਕਾਸ ਦੀ ਜਾਂ ਡਿਵੈਲਪਮੈਂਟ ਦੀ ਆਪਾਂ ਜਿਹੜੀ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਗ੍ਰੈਜੂਅਲੀ FDI ਜ਼ਿਆਦਾ ਆਏ, ਫੋਰਨ ਡਾਇਰੈਕਟ ਇਨਵੈਸਟਮੈਂਟ ਜ਼ਿਆਦਾ ਆਏ, ਸਾਡੇ ਜਿਹੜੇ ਜੁਆਇੰਟ ਵੈਂਚਰਸ ਹੈਗੇ ਆ ਉਹ ਜ਼ਿਆਦਾ ਆਉਣ। ਇਹਨਾਂ ਗੱਲਾਂ ਤੇ GDP बढ़नी चाहिए है। और ਹੁਣ ਹੱਲੇ ਵੀ ਮੈਂ ਹਰ ਜਗ੍ਹਾ ਇਹ ਕਹਿਣਾ ਆਇਆ ਹੈਗਾ ਕਿ GDP ਨੇ ਇੱਕ ਬਹੁਤ ਬੜਾ ਅਨਿਆਏ ਕੀਤਾ ਦੁਨੀਆ ਨਾਲ। ਉਹ ਅਨਿਆਏ ਇਹ ਕੀਤਾ ਕਿ ਉਹਨਾਂ ਨੇ ਜਿਹੜੇ ਬਾਕੀ ਚੀਜ਼ਾਂ ਹੈਗੀਆਂ ਦੇਸ਼ ਔਰ ਦੁਨੀਆ ਦੀਆਂ ਉਹਨੂੰ ਛੁਪਾਤਾ ਹੈਗਾ। ਸਿਰਫ ਜਿਹੜਾ ਹੈਗਾ ਟੋਟਲ ਸਰਵਿਸਿਜ਼ ਔਰ ਗੁੱਡਸ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਦੇ ਦੇਖਣ ਦਾ ਤਰੀਕਾ ਇੱਕ ਨਾਪ ਕੇ ਉਹਨਾਂ ਨੇ ਇਸ ਤੁਹਾਨੂੰ ਦੱਸਦਾ ਕਿ ਇਹੀ ਇੱਕ ਇੰਡੀਕੇਟਰ ਹੈ। ਮੇਰਾ ਮੰਨਣਾ ਹੈ ਕਿ ਵੀ ਉਹ ਇੰਡੀਕੇਟਰ ਕਿਉਂ ਨਹੀਂ ਹੈ ਕਿ ਵੀ ਕਿੰਨੇ ਬੰਦੇ ਇਸ ਵਾਰ ਇਸ ਭੁੱਖ ਦੀ ਰੇਖਾ ਤੋਂ ਅਸੀਂ ਬਾਹਰ ਕੱਢ ਲਏ ਹੈਗੇ ਆ, ਕਿੰਨੇ ਅਸੀਂ ਬੰਦੇ ਐਜੂਕੇਟ ਕੀਤੇ ਹੈਗੇ ਆ, ਕਿੰਨੇ ਲੋਕਾਂ ਨੂੰ ਹੈਲਥ ਜਿਹੜੀ ਹੈਗੀ ਹੈ ਅਸ਼ੋਰ ਹੁੰਦੀ ਹੈਗੀ ਹੈ। ਇਹ ਇੰਡੀਕੇਟਰ ਕਿਉਂ ਨਹੀਂ ਹੈਗੇ ਆ? ਇਹ ਜਿਹੜੇ ਇੰਡੀਕੇਟਰ ਅਸੀਂ ਬਣਾਏ ਹੈਗੇ GDP ਵਾਲੇ, ਉਹ ਇਸ ਕਰਕੇ ਬਣਾਇਆ ਕਿ ਸਾਨੂੰ ਸੂਟ ਕਰਦੇ ਹੈਗੇ, ਸਾਨੂੰ ਉਸ ਸੋਚ ਨੂੰ ਵੀ ਸੂਟ ਕਰਦੇ ਹੈਗੇ ਆ। ਔਰ ਉਹ ਅੱਜ ਇਸ ਤਰ੍ਹਾਂ ਕਿ ਬੱਚੇ ਨੂੰ ਹੁਣ ਪਤਾ ਹੈ ਕਿ GDP बढ़ ਰਹੀ ਹੈਗੀ ਹੈ। ਹਰੇਕ ਪ੍ਰਾਈਮ ਮਿਨਿਸਟਰ ਵਾਸਤੇ ਜਾਂ ਦੁਨੀਆ ਦੇ ਜਿਹੜੇ ਵੀ ਹੈਡਸ ਆਫ ਦੀ ਸਟੇਟ ਹੈਗੇ ਆ ਉਹਨਾਂ ਵਾਸਤੇ ਇੱਕੋ ਰਿਪੋਰਟ ਕਾਰਡ ਬਣ ਗਿਆ ਕਿ ਮੇਰੀ GDP ਕਿੰਨੀ ਬੜੀ ਹੈਗੀ ਹੈ। ਔਰ ਉਹਨੂੰ ਕਦੀ ਪੁੱਛਿਆ ਨਹੀਂ ਜਾਂਦਾ ਕਿ ਤੁਹਾਡਾ ਹੰਗਰ ਕਿੰਨਾ। ਹੁਣ ਹਿੰਦੁਸਤਾਨ ਦੀ ਤੁਸੀਂ ਗੱਲ ਕਰ ਰਹੇ ਹੋ, ਅੱਜ ਅਗਰ ਤੁਸੀਂ ਆਮ ਆਦਮੀ ਨੂੰ ਪੁੱਛ ਲਓ ਕਿ ਹਿੰਦੁਸਤਾਨ 'ਚ ਕਿੰਨੇ ਲੋਕੀ ਗਰੀਬ ਹੈਗੇ ਜਾਂ ਭੁੱਖੇ ਹੈਗੇ ਆ, ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਦੱਸ ਸਾਡੀ ਭੁੱਖ ਦੀ ਡੈਫੀਨੇਸ਼ਨ ਵੀ ਕੀ ਹੈਗੀ, ਸਾਡੇ ਨਹੀਂ ਦੱਸ ਪਾਉਣਗੇ ਲੋਕੀ ਕਿ ਵੀ ਕਿੰਨੇ ਲੋਕੀ ਭੁੱਖੇ ਹੈਗੇ। ਬਟ ਵੀ ਹੈਵ ਦੀ ਸੈਕਿੰਡ ਲਾਰਜੈਸਟ ਅਗਰ ਪੋਪੂਲੇਸ਼ਨ ਦੁਨੀਆ ਵਿੱਚ ਭੁੱਖ ਦੇ ਵਿੱਚ ਹੈਗੀ ਉਹ ਹਿੰਦੁਸਤਾਨ ਦੀ ਹੈ। ਅਸੀਂ ਹੰਗਰ ਕੈਪੀਟਲ ਬਣ ਰਹੇ ਹਾਂ, ਦੁਨੀਆ ਦੀ ਹੰਗਰ ਕੈਪੀਟਲ ਅਸੀਂ ਬਣਨ ਜਾ ਰਹੇ ਹਾਂ। ਉਸ ਤੋਂ ਬਾਅਦ ਨਾਈਜੀਰੀਆ ਇਜ਼ ਦੀ ਫਸਟ ਕੰਟਰੀ ਜਿਹਨੇ ਇੰਡੀਆ ਨੂੰ ਟੇਕ ਓਵਰ ਕੀਤਾ ਹੋਇਆ ਹੈ। ਔਰ ਦੂਸਰਾ ਦੇਸ਼ ਜਿਹੜਾ ਹੈਗਾ ਹਿੰਦੁਸਤਾਨ ਹੈਗਾ। ਹਿੰਦੁਸਤਾਨ ਵਰਗੇ ਮੁਲਕ ਵਿੱਚ ਜਿੱਥੇ ਕਿ ਸਾਡੇ ਕੋਲ ਇੰਨਾ ਫੂਡ ਸਟਾਕ ਹੈ, ਮੈਨੂੰ ਯਾਦ ਹੈ ਇੱਕ ਵਾਰੀ ਕੁਝ ਇਕਨੋਮਿਸਟ ਨੇ ਐਸਟੀਮੇਟ ਕੀਤਾ ਸੀਗਾ ਕਿ ਜਿੰਨਾ ਅਸੀਂ ਸਰਪਲਸ ਪ੍ਰੋਡਿਊਸ ਕਰਦੇ ਹਾਂ ਇਸ ਦੇਸ਼ ਵਿੱਚ, ਉਹ ਤੁਸੀਂ ਅਗਰ ਇੱਕ ਬੋਰੀ ਉਹਦੇ ਉੱਪਰ ਇੱਕ ਬੋਰੀ ਕਰਕੇ ਤੁਸੀਂ ਅਗਰ ਉਹਨੂੰ ਲਗਾਓ, ਸਟੈਕ ਕਰੋ, ਤਾਂ ਯੂ ਕੈਨ ਵਾਕ ਅਪ ਟੂ ਦੀ ਮੂਨ ਐਂਡ ਕਮ ਬੈਕ। ਚੰਦਰਮਾ ਤੱਕ ਜਾ ਸਕਦੇ ਇੰਨਾ ਤੁਹਾਡੇ ਦੇਸ਼ ਵਿੱਚ ਸਰਪਲਸ ਅਨਾਜ ਹੁੰਦਾ ਹੈਗਾ। ਔਰ ਫਿਰ ਵੀ ਸਾਡੇ ਕੋਲ ਦੁਨੀਆ ਦੇ ਅਸੀਂ ਚੰਦਰਯਾਨ ਦੀਆਂ ਗੱਲਾਂ ਕਰਾਂਗੇ। ਸਾਡੇ ਕੋਲ ਮੈਂ ਇਹੀ ਕਹਿੰਦਾ ਸੀ ਉਸ ਟਾਈਮ ਵੀ ਕਿ ਜਦ ਤੁਹਾਡੇ ਕੋਲ ਇੰਨਾ ਅਨਾਜ ਪਿਆ ਕਿ ਤੁਸੀਂ ਚੰਦਰਮਾ ਜਾ ਸਕਦੇ, ਤੁਹਾਨੂੰ ਚੰਦਰਯਾਨ ਦੀ ਜ਼ਰੂਰਤ ਹੈ ਹੀ ਨਹੀਂ ਹੈ। ਹਾਂਜੀ, ਲੇਕਿਨ ਦ ਆਈਡੀਆ ਆਫ ਕਨਵੇਇੰਗ ਦੈਟ ਮੈਸੇਜ ਵਾਸ ਕਿ ਤੁਹਾਡੇ ਕੋਲ ਜਿਹੜੀ ਆਮ ਜਨਤਾ ਜਿਹੜੀ ਭੁੱਖ ਵਿੱਚ ਰਹਿ ਰਹੀ ਹੈ, ਜੇ ਤੁਸੀਂ ਉਹਨੂੰ ਇਹ ਅਨਾਜ ਉਪਲਬਧ ਕਰਾ ਦਿਓ ਔਰ ਇਹ ਉਪਲਬਧ ਕਰਾ ਕੇ ਉਹਨਾਂ ਦੀ ਫੂਡ ਸਿਕਿਉਰਿਟੀ ਇਨਸ਼ੋਰ ਕਰ ਦਿਓ, ਦੈਨ ਯੂ ਹੈਵ ਅ ਮੋਰ ਸੋਲਿਡ ਇਕਨੋਮਿਕ ਪਾਵਰ ਦੈਨ ਵਾਟ ਐਵਰ ਵੀ ਕੈਨ ਇਮੈਜਿਨ ਬਾਈ FDIs।
ਤੁਸੀਂ ਇੱਕ ਡਿਫਰੈਂਟ ਮੰਜ਼ਰ ਸੋਚ ਕੇ ਦੇਖੋ ਕਿ ਜੇ ਜਿਸ ਤਰ੍ਹਾਂ ਅਖਬਾਰਾਂ ਰੋਜ਼ ਇੱਕ ਛੋਟੀ ਜਿਹੀ ਡੱਬੀ ਲਾ ਕੇ ਮੌਸਮ ਦਾ ਹਾਲ ਲਿਖਦੀਆਂ ਨੇ ਕਿ ਸੂਰਜ ਕਿੰਨੇ ਵਜੇ ਚੜ੍ਹੇਗਾ ਤੇ ਮੀਂਹ ਪਏਗਾ, ਜੇ ਰੋਜ਼ ਅਖਬਾਰਾਂ 'ਚ ਡੱਬੀ ਲੱਗੀ ਹੋਵੇ ਕਿ ਅੱਜ ਪੰਜਾਬ ਦੇ ਵਿੱਚ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਇਸ ਹਫਤੇ ਟੋਟਲ ਖੁਦਕੁਸ਼ੀਆਂ ਕਿੰਨੀਆਂ ਹੋ ਗਈਆਂ ਨੇ, ਇਸ ਮਹੀਨੇ 'ਚ ਕਿੰਨੀਆਂ ਹੋ ਗਈਆਂ ਤੇ ਇਸ ਸਾਲ ਵਿੱਚ ਕਿੰਨੀਆਂ ਹੋ ਗਈਆਂ ਨੇ, 2007 ਤੋਂ ਲੈ ਕੇ ਅੱਜ ਤੱਕ ਕਿੰਨੀਆਂ ਹੋ ਗਈਆਂ ਨੇ, ਇਹ ਡਾਟਾ ਰੋਜ਼ ਪਿੰਡਾਂ ਦੇ ਬਾਹਰ ਜੇ ਬੋਰਡ ਲੱਗੇ ਹੋਣ ਕਿ ਸਾਡੇ ਪਿੰਡ ਵਿੱਚ ਹੁਣ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 37 ਹੋ ਗਈ ਹੈ, ਨਾਲ ਦੇ ਪਿੰਡ ਦੇ ਵਿੱਚ 39 ਹੈ, ਤਾਂ ਫਿਰ 24/7 ਮੀਡੀਆ ਦੇ ਉੱਤੇ ਇਹ ਗੱਲ ਕਰਨੀ ਪਏਗੀ ਕਿਉਂਕਿ ਗੱਲ ਮੰਜ਼ਰੇ ਆਮ ਤੇ ਹੋਏਗੀ। ਦੇਖੋ ਇਹ ਵੀ ਤੁਸੀਂ ਜਿਹੜੀ ਗੱਲ ਕਹੀ ਬੜੀ ਇੰਪੋਰਟੈਂਟ ਹੈ, ਬਟ ਲੈਟਸ ਲੁੱਕ ਇਨਟੂ ਇਟ ਇਨ ਰਿਲੇਸ਼ਨ ਟੂ ਜਿਹੜੀ ਸਾਡੀ ਸੋਚ ਹੈ ਜਾਂ ਸਾਡੀ ਜਿਹੜੀ ਪਾਲਿਸੀਜ਼ ਕਿਸ ਤਰਫ ਜਾ ਰਹੀਆਂ। ਇੱਕ ਤਰਫ ਤਾਂ ਤੁਸੀਂ ਕਹਿ ਰਹੇ ਹੋ ਕਿ ਇਹ ਪਹਿਲੇ ਕੁਝ ਟਾਈਮ ਤੇ ਹੋਇਆ ਵੀ ਸੀਗਾ ਵਿਦਰਭਾ ਦੇ ਰੀਜਨ 'ਚ, ਮਹਾਰਾਸ਼ਟਰ ਦੇ ਰੀਜਨ ਵਿੱਚ ਉਹਨਾਂ ਨੇ ਰੋਜ਼ ਇੱਕ ਅੰਕੜਾ ਦਿੰਦੇ ਸੀਗੇ ਕਿ ਅੱਜ ਕਿੰਨੇ ਬੰਦੇ ਮਰ ਗਏ ਹੈਗੇ। ਉਹ ਕੁਝ ਅਖਬਾਰਾਂ ਦੇ ਉੱਤੇ ਸਪੌਟ ਵੀ ਹੁੰਦਾ ਸੀਗਾ, ਬਾਕਸ ਬਣਿਆ ਹੁੰਦਾ ਸੀਗਾ ਕਾਟਨ ਫਾਰਮਰਸ ਜੀ ਕਿੰਨੇ ਮਰੇ ਹੈਗੇ ਹੈ ਨਾ ਜੀ। ਉਹ ਆਸਤੇ ਆਸਤੇ ਉਹ ਵੀ ਫਿਜ਼ਲ ਆਊਟ ਹੋ ਗਿਆ। ਕਿਉਂ ਫਿਜ਼ਲ ਆਊਟ ਹੋ ਗਿਆ? ਕਿਉਂਕਿ ਜਿਹੜਾ ਆਪਣਾ ਫੋਕਸ ਸੀਗਾ ਡਿਵੈਲਪਮੈਂਟ ਦਾ, ਵਿਕਾਸ ਦਾ, ਉਹ ਇਸ ਤਰਫ ਸੀਗਾ ਕਿ ਬਈ ਜਿੰਨੇ ਬੰਦੇ ਪੈਸੇ ਲੈ ਕੇ ਦੌੜ ਗਏ ਹੈਗੇ ਆ, ਰਿਜ਼ਰਵ ਬੈਂਕ ਆਫ ਇੰਡੀਆ ਉਹਨੂੰ ਐਸਟੀਮੇਟ ਕਰਦਾ ਹੈ, ਉਹ ਜਿਹਨੂੰ ਅਸੀਂ ਵਿਲਫੁਲ ਡਿਫਾਲਟਰ ਕਹਿੰਦੇ ਹਾਂ, ਕਰੁਕਸ ਹੁੰਦੇ ਹੈਗੇ, ਫਰਾਡਸਟਰ ਹੁੰਦੇ, ਆਪਾਂ ਜਾਣਦੇ ਉਹਨਾਂ ਚੋਂ ਘੱਟ ਤੋਂ ਘੱਟ 50 ਬੰਦੇ ਬਾਹਰ ਵੀ ਦੌੜ ਗਏ ਹੈਗੇ। ਉਹਨਾਂ ਬਾਰੇ ਮੈਂ ਗੱਲ ਕਰਦਾ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਜਿਹੜਾ ਤੁਸੀਂ ਉਹ ਵਿਦਰਭਾ ਦਾ ਯਾਦ ਕਰਾਇਆ, ਮੈਨੂੰ ਲੱਗਦਾ ਉਸ ਵੇਲੇ ਬੜੀ ਮਿਹਨਤ ਸਰਕਾਰ ਨੇ ਕੀਤੀ ਕਿ ਜਿਹੜੇ ਬੰਦੇ ਖੁਦਕੁਸ਼ੀਆਂ ਕਰ ਗਏ ਨੇ ਇਹਨਾਂ ਦਾ ਨੰਬਰ ਘਟਾਇਆ ਜਾਵੇ। ਹੁਣ ਨੰਬਰ ਕਿਸ ਤਰ੍ਹਾਂ ਘਟਾਈਦਾ? ਉਹਨਾਂ ਨੇ ਕਿਹਾ ਇਸ ਤਰ੍ਹਾਂ ਕਰੋ, ਕਿਸਾਨ ਖੁਦਕੁਸ਼ੀਆਂ ਕਰਦੇ ਆ, ਪਹਿਲਾਂ ਤਾਂ ਕਿਸਾਨ ਦੀ ਡੈਫੀਨੇਸ਼ਨ ਚੇਂਜ ਕਰੋ। ਆ ਪਰਿਭਾਸ਼ਾ ਚੇਂਜ ਕਰਨ ਵਾਲਾ ਫਾਰਮੂਲਾ ਬਹੁਤ ਵਧੀਆ ਚੱਲਿਆ। ਉਹਨਾਂ ਨੇ ਕਿਹਾ ਨੱਥਾ ਸਿੰਘ ਮਰ ਗਿਆ, ਉਹ ਕਹਿੰਦੇ ਨਹੀਂ, ਨੱਥਾ ਸਿੰਘ ਕਿਸਾਨ ਨਹੀਂ ਸੀਗਾ, ਨੱਥਾ ਸਿੰਘ ਕਿਸਾਨ ਦਾ ਭਰਾ ਸੀਗਾ, ਜ਼ਮੀਨ ਵੱਡੇ ਭਰਾ ਦੇ ਨਾਂ ਸੀ, ਉਹ ਹਾਲੇ ਜਿਉਂਦਾ, ਇਸ ਕਰਕੇ ਨੱਥਾ ਸਿੰਘ ਨੂੰ ਕਿਸਾਨ ਨਹੀਂ ਮੰਨਣਗੇ। ਇਹ ਕਿਸਾਨ ਦਾ ਰਿਸ਼ਤੇਦਾਰ ਸੀ, ਕੋਈ ਕਿਸਾਨ ਦੀ ਪਤਨੀ ਸੀ, ਇਹ ਕਿਸਾਨ ਨੂੰ ਜਾਣਨ ਵਾਲਾ ਸੀ, ਇਹ ਕਿਸਾਨ ਦਾ ਆੜ੍ਹਤੀਆ ਸੀ। ਸੋ ਕਿਸਾਨਾਂ ਦੀ ਗਿਣਤੀ ਘੱਟ ਕਰਦੇ ਰਹੇ। ਹੁਣ ਉਹ ਮਿਹਨਤ ਨਹੀਂ ਕਰਨੀ ਪੈਂਦੀ, ਮਤਲਬ ਉਹਨਾਂ ਨੂੰ ਸਾਡੇ ਤੋਂ ਸਿੱਖਣਾ ਚਾਹੀਦਾ ਸੀ। ਗੱਲ ਹੀ ਕਰਨੀ ਬੰਦ ਕਰ ਦਿਓ, ਡਿਬੇਟ ਗਾਇਬ ਕਰ ਦਿਓ, ਕਿਸਾਨ ਖੁਦਕੁਸ਼ੀ ਉਧਰ ਕਰਦਾ ਰਹੇ, ਤੁਸੀਂ ਆਪਣੇ ਡਿਬੇਟ ਕਰਦੇ ਰਹੋ ਤੇ ਅਸੈਂਬਲੀ ਦੇ ਵਿੱਚ ਕੋਈ ਇੱਕ ਤੋਂ ਹੈਰਾਨ ਤੇ ਕੋਈ ਦੂਜੇ ਤੋਂ ਹੈਰਾਨ ਹੁੰਦਾ ਰਹੇ। ਦੈਟਸ ਵਨ ਵੇ ਆਫ ਡੂਇੰਗ ਡਿਬੇਟਸ। ਦ ਅਦਰ ਵਨ ਇਜ਼ ਵਿਲ ਕਮ ਬੈਕ ਆਫਟਰ ਦਿਸ ਬ੍ਰੇਕ ਐਂਡ ਟਾਕ ਮੋਰ ਅਬਾਊਟ ਕਿ ਭਾਈ ਟੋਟਲ ਭੋਜਨ ਕਿੰਨਾ ਪ੍ਰੋਡਿਊਸ ਹੁੰਦਾ, ਟੋਟਲ ਖਾਣ ਵਾਲੇ ਕਿੰਨੇ ਨੇ। ਬਸ ਗੱਲ ਤੇ ਇੰਨੀ ਕੋਈ ਸਮਝ ਨਹੀਂ ਹੈ ਤੇ ਫਿਰ ਕੋਈ ਭੁੱਖਾ ਨਹੀਂ ਰਹੇਗਾ। ਐਜ਼ ਸੂਨ ਐਜ਼ ਵੀ ਕਮ ਬੈਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਉਹਨਾਂ ਡਿਬੇਟਾਂ ਬਾਰੇ ਜਿਹੜੇ ਤੁਸੀਂ ਕਦੇ ਬਹੁਤ ਸੁਣੇ ਸਨ ਤੇ ਫਿਰ ਗਵਾਚ ਗਏ, ਜਿਨ੍ਹਾਂ ਵਿੱਚ ਕਿਸਾਨ ਦੀਆਂ ਖੁਦਕੁਸ਼ੀਆਂ ਅਕਸਰ ਅਥਰੂ ਵਹਾ ਦਿੰਦੀਆਂ ਸਨ ਲੋਕਾਂ ਦੇ। ਸਾਰੀ ਰਾਜਨੀਤਿਕ ਪਿੜ ਦੇ ਵਿੱਚ ਇਹਦੇ ਬਾਰੇ ਬਹੁਤ ਬਹਿਸ ਹੁੰਦੀ ਸੀ। ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਉਹ ਵੀ ਕੁੱਦ ਕੇ ਗੱਲਾਂ ਕਰਦੇ ਸੀ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਕੋਈ ਜਵਾਬਦੇਹੀ ਕਰਨੀ ਪੈ ਰਹੀ ਸੀ। ਪਰ ਪਿਛਲੇ ਸਾਲ ਭਰ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨ ਅੰਦੋਲਨ ਨੇ ਜਿਸ ਕਿਸਮ ਦੀ ਸਮਝਦਾਰੀ ਕੀਤੀ ਸੀ ਉਹ ਤਾਂ ਸਾਰਾ ਵੈਨਿਸ਼ ਹੋ ਗਿਆ ਤੇ ਇਹਦੇ ਬਾਰੇ ਡਿਬੇਟ ਬਿਲਕੁਲ ਬੰਦ ਹੋ ਗਿਆ। ਹਲੇ ਕਿ ਸਾਡਾ ਕਿਸਾਨ ਮਜ਼ਦੂਰ ਉਵੇਂ ਹੀ ਖੁਦਕੁਸ਼ੀਆਂ ਕਰ ਰਿਹਾ। ਦਵਿੰਦਰ ਸ਼ਰਮਾ ਜੀ ਦੇ ਨਾਲ ਅਸੀਂ ਉਸੇ ਡਿਬੇਟ ਦਾ ਕੋਈ ਲੜ ਦੁਬਾਰਾ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਦਵਿੰਦਰ ਸ਼ਰਮਾ ਜੀ, ਤੁਸੀਂ ਭੋਜਨ ਨੀਤੀਆਂ ਦੇ ਮਾਹਿਰ ਹੋ, ਖੇਤੀਬਾੜੀ ਨੀਤੀਆਂ ਦੇ ਮਾਹਿਰ ਹੋ, ਸਰਕਾਰਾਂ ਦੀਆਂ ਵੈਸੇ ਨੀਤੀਆਂ ਤੇ ਬਦਨੀਤੀਆਂ ਦੇ ਚੰਗੇ ਵੱਡੇ ਮਾਹਿਰ ਹੋ। ਤੁਸੀਂ ਉਹ ਗੱਲ ਕਰ ਰਹੇ ਸੀਗੇ ਜਿਹੜੇ ਵਿਲਫੁਲ ਡਿਫਾਲਟਰਸ, ਤੁਸੀਂ ਉਹਨਾਂ ਦਾ ਨਾਂ ਲਿਆ। ਵਿਲਫੁਲ ਡਿਫਾਲਟਰ ਦਾ ਮਤਲਬ ਹੁੰਦਾ ਕਿ ਮੈਂ ਬੈਂਕ ਤੋਂ ਪੈਸੇ ਲਏ ਤੇ ਫਿਰ ਮੈਂ ਵਾਪਸ ਦੇ ਤੇ ਸਕਦਾ ਪਰ ਮੈਂ ਨਹੀਂ ਦਿੰਦਾ, ਹੈ ਨਾ। ਹੁਣ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੜਾ ਅੱਛਾ ਉਹਨਾਂ ਨੇ ਕਾਨੂੰਨ ਕੱਢਿਆ। ਉਹਨਾਂ ਨੇ ਕਿਹਾ ਜਿਹੜੇ ਲੋਕ ਵਿਚਾਰੇ ਪੈਸੇ ਨਹੀਂ ਵਾਪਸ ਦੇ ਪਾਉਂਦੇ, ਡਿਫਾਲਟਰ ਹੋ ਜਾਂਦੇ ਨੇ, ਹਜ਼ਾਰਾਂ ਕਰੋੜਾਂ ਰੁਪਏ ਮਾਰ ਕੇ ਲੈ ਜਾਂਦੇ ਨੇ, ਇਹਨਾਂ ਦੀ ਦਿਲ ਆਜ਼ਾਰੀ ਬਹੁਤ ਹੁੰਦੀ ਹੈ, ਕੋਈ ਇਹਨਾਂ ਲਈ ਸਾਧਨ ਤਰੀਕਾ ਕੱਢਿਆ ਜਾਵੇ। ਉਹਨਾਂ ਨੇ ਕਿਹਾ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਦਾ ਮੌਕਾ ਦਿਓ ਕਿ ਭਾਈ ਇੰਨੇ ਕੁ ਦੇ ਦੇ, ਬਾਕੀ ਤੇਰਾ ਕਰਜ਼ਾ ਮਾਫ। ਫਿਰ 12 ਮਹੀਨੇ ਦਾ ਕੂਲਿੰਗ ਪੀਰੀਅਡ, ਮੈਂ ਤੁਹਾਡੇ ਹੀ ਆਰਟੀਕਲ ਪੜ੍ਹ ਰਿਹਾ ਸੀਗਾ ਕਿ 12 ਮਹੀਨੇ ਦਾ ਕੂਲਿੰਗ ਪੀਰੀਅਡ ਹੋਵੇ ਕਿ ਭਾਈ ਆਪਣਾ ਥੋੜਾ ਜਿਹਾ ਤੁਹਾਡਾ ਦਿਲ ਠੰਡਾ ਹੋ ਜਾਵੇ, ਫਿਰ ਤੁਸੀਂ ਦੁਬਾਰਾ ਤੋਂ ਸਾਡੇ ਤੋਂ ਉੱਦਾਂ ਹੀ ਕਰਜ਼ਾ ਲੈ ਲਓ ਹਜ਼ਾਰਾਂ ਕਰੋੜਾਂ ਦਾ। ਇਹ ਤੇ ਅੱਛੀ ਗੱਲ ਆ, ਇਹ ਅੱਛੀ ਗੱਲ ਹੈ ਬਿਲਕੁਲ। ਫਿਰ ਦੁਬਾਰਾ ਫੈਕਟਰੀਆਂ ਲਾਉਣਗੇ, ਦੁਬਾਰਾ ਨੌਕਰੀਆਂ ਦੇਣਗੇ। ਤੁਸੀਂ ਜਦ ਰਿਜ਼ਰਵ ਬੈਂਕ ਆਫ ਇੰਡੀਆ ਰਕਸ਼ਾ ਕਵਚ ਕ੍ਰੀਏਟ ਕਰਦਾ ਜਾਂ ਆਪਣਾ ਇੱਕ ਰਕਸ਼ਾ ਕਵਚ ਰੱਖਦਾ ਹੈਗਾ ਵਿਲਫੁਲ ਡਿਫਾਲਟਰਸ ਦੇ ਆਸ-ਪਾਸ, ਤਾਂ ਫਿਰ ਤਾਂ ਅੱਛੀ ਗੱਲ ਤਾਂ ਹੈਗੀ ਹੈ। ਪਰ ਲੇਕਿਨ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਕ ਕਿਸਾਨ ਹੈ, ਉਹਨੇ 2 ਲੱਖ ਰੁਪਏ ਦਾ ਲੋਨ ਲਿੱਤਾ ਸੀਗਾ, ਉਹ ਆਪਣੀ ਪਾਈਪਸ ਲੇਆਊਟ ਕਰਨ ਵਾਸਤੇ ਕੀਤਾ ਹੋਏਗਾ, ਅੰਡਰਗਰਾਊਂਡ ਪਾਈਪ ਵਾਸਤੇ, ਉਹ ਨਹੀਂ ਦੇ ਪਾਇਆ ਤਾਂ ਉਹਨੂੰ ਇੱਕ ਬਲੈਂਕ ਚੈੱਕ, ਜਿਸ ਟਾਈਮ ਉਹ ਲੋਨ ਦਿੱਤਾ ਜਾਂਦਾ ਹੈ ਕਿਸਾਨ ਨੂੰ, ਇੱਕ ਬਲੈਂਕ ਚੈੱਕ ਲਿਆ ਜਾਂਦਾ, ਉਹ ਬਲੈਂਕ ਚੈੱਕ ਉਸ ਟਾਈਮ ਤੇ ਭਰ ਕੇ ਉਹ ਬੈਂਕ ਚਲਾਉਂਦੇ, ਬੈਂਕ ਚ ਵਾਪਸ 138 ਦਾ ਕੇਸ ਚੱਲਦਾ ਹੈ ਕਿਸਾਨ ਦੀ ਕੁਰਕੀ, ਸਿਵਲ ਕੇਸ ਤੋਂ ਕ੍ਰਿਮੀਨਲ ਕੇਸ ਬਣ ਗਿਆ, ਕਿਸਾਨ ਨੂੰ ਜੇਲ੍ਹ ਜਾਣਾ ਪਿਆ। ਇਹ 2 ਲੱਖ ਰੁਪਏ ਪਿੱਛੇ ਇੱਥੇ ਹਜ਼ਾਰਾਂ ਹੀ ਕਰੋੜ ਜਿਹੜੇ ਲੋਕੀ ਲੈ ਕੇ ਚਲੇ ਗਏ ਹੈਗੇ, ਔਰ ਉਹ ਮਤਲਬ ਬੜੇ ਉਹਦੇ ਨਾਲ ਕਹਿ ਰਹੇ ਹਿੰਮਤ ਨਾਲ ਕਿ ਮੈਂ ਅਸੀਂ ਨਹੀਂ ਦੇਣਾ ਚਾਹੁੰਦੇ। ਨਹੀਂ, ਉਹ ਤਾਂ ਸੀਨੇ ਤੇ ਹੱਥ ਮਾਰ ਕੇ ਵਾਪਸ ਲੈਣ ਆਉਂਦੇ ਨੇ ਜੀ ਪੈਸੇ। ਉਹ ਝਾਰਖੰਡ ਤੁਹਾਨੂੰ ਯਾਦ ਹੈ ਵੀ ਉਹ ਕਹਿੰਦੇ ਸੀ ਪੈਸੇ ਨਹੀਂ ਦੇ ਸਕਦਾ, ਤੇਰਾ ਟਰੈਕਟਰ ਲੈ ਚੱਲਿਆ। ਹਾਂ,
ਤੇ ਟਰੈਕਟਰ ਲੈ ਗਏ ਤੇ ਕੁੜੀ ਕਿਸਾਨ ਦੀ ਅੱਗੇ ਖੜ ਗਈ ਪ੍ਰੈਗਨੈਂਟ ਤੇ ਕੁੜੀ ਥੱਲੇ ਉਹਨਾਂ ਨੇ ਮਿੱਧ ਕੇ ਮਾਰ ਦਿੱਤੀ। ਅਮੀਰਾਂ ਦੀ ਜਿਹੜੀ ਤੁਸੀਂ ਇਹ ਦੇਖੋ ਉਹਨਾਂ ਵਾਸਤੇ ਜਿਹੜਾ ਆਰਬੀਆਈ ਆ ਉਹ ਆਪਣਾ ਇੱਕ ਕਵਚ ਕ੍ਰੀਏਟ ਕਰ ਦਿੰਦਾ ਹੈ। ਹੁਣ ਦੇਖੋ ਨਾ ਇਸ ਟਾਈਮ ਤੇ 16,000 ਤੇ ਉੱਪਰ ਥੋੜੇ ਜਿਹੇ ਵਿਲਫੁਲ ਡਿਫਾਲਟਰ ਸੀਗੇ, ਉਹਨਾਂ ਦਾ ਕੋਈ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਸਿਰ ਤੇ ਹੈਗਾ, ਉਹਨਾਂ ਨੂੰ ਅਸੀਂ ਛੂਟ ਦੇ ਰਹੇ ਹੈਗੇ ਆ। ਕੰਪਰੋਮਾਈਜ਼ ਦਾ ਫਾਰਮੂਲਾ ਹੈ ਕਿ 12 ਮਹੀਨੇ ਤੁਸੀਂ ਆਪਣਾ ਪਹਿਲੇ ਜਿੰਨਾ ਵੀ ਬੈਂਕ ਕੰਪਰੋਮਾਈਜ਼ ਕਰੇਗਾ ਜਾਂ ਰਾਈਟ ਆਫ ਕਰੇਗਾ ਉਹਦੇ ਬਾਅਦ ਤੁਸੀਂ 12 ਮਹੀਨੇ ਦਾ ਕੂਲਿੰਗ ਪੀਰੀਅਡ ਹੈਗਾ, ਉਹਦੇ ਬਾਅਦ ਫਿਰ ਦੁਬਾਰਾ ਸਾਡੇ ਤੇ ਕਹਿੰਦੇ ਵੀ ਕੁਰਕੀ ਨੋਟਿਸ ਦੇ ਦਿਓ, ਰਿਕਵਰੀ ਥੋੜੀ ਆਸਾਨ ਹੋ ਜਾਏਗੀ। ਔਰ ਰਿਕਵਰੀ ਆਸਾਨ ਹੋ ਜਾਏਗੀ। ਅੱਜ ਰਾਜਸਥਾਨ ਦੇ ਵਿੱਚ ਦੇਖੋ ਤਕਰੀਬਨ 19,000 ਕਿਸਾਨਾਂ ਨੂੰ ਕੁਰਕੀ ਨੋਟਿਸ ਆਏ ਹੋਏ ਹੈਗੇ। ਤਾਂ ਇੱਕ ਤਰਫ ਤੁਸੀਂ ਗਰੀਬ ਆਦਮੀ ਨੂੰ ਤਾਂ ਤੁਸੀਂ ਕੁਰਕੀ ਨੋਟਿਸ ਦਿੰਦੇ ਹੋਏਗੇ ਔਰ ਅਮੀਰ ਆਦਮੀ ਨੂੰ ਤੁਸੀਂ ਛੂਟ ਦਿੰਦੇ ਹੋਏਗੇ। ਤੁਹਾਨੂੰ ਮੈਨੂੰ ਪਤਾ ਵੀ ਵੱਡੇ ਵੱਡੇ ਬੰਦੇ ਬੁਲਾਉਂਦੇ ਨੇ ਤੁਸੀਂ ਵੱਡੀਆਂ ਜਗ੍ਹਾ ਦੇ ਉੱਤੇ ਦੁਨੀਆ ਭਰ ਦੇ ਉਹਨਾਂ ਪੋਡੀਅਮਸ ਦੇ ਉੱਤੇ ਲੈਕਚਰ ਦਿੰਦੇ ਹੋ। ਆਈ ਵਾਸ ਵੈਰੀ ਹੈਪੀ ਵੀ ਤੁਹਾਨੂੰ ਕਰਨਾਟਕਾ ਤੋਂ ਕਿਸਾਨ ਇਨਵਾਈਟ ਕਰਦਾ। ਮੈਨੂੰ ਨਾਂ ਉਹਦਾ ਥੋੜਾ ਲੈਣਾ ਬੜਾ ਮੁਸ਼ਕਲ ਲੱਗ ਰਿਹਾ ਸੀ, ਮੈਨੂੰ ਉਹ ਕੰਨੜ ਨਾਮ ਉਹਦਾ ਯਾਦ ਨਹੀਂ ਰਹਿੰਦੇ। ਇਛਾਗੱਟਾ ਸਿਦਾ ਵਿਰੱਪਾ ਚਿਤਰਾਦੁਰਗਾ ਡਿਸਟ੍ਰਿਕਟ ਦੇ ਵਿੱਚ, ਤੇ ਉਹ ਮੈਨੂੰ ਤੁਸੀਂ ਉਹ ਐਕਸਪੀਰੀਅੰਸ ਦੱਸੋ, ਕਿਉਂਕਿ ਮੈਨੂੰ ਲੱਗਿਆ ਵੀ ਉਹ ਫਾਰਮੂਲਾ ਉਹਨਾਂ ਨੇ ਬਹੁਤ ਅੱਛਾ ਕੱਢਿਆ ਕਿ ਜੇ ਸਾਡੇ ਸਿਰ ਤੇ ਕਰਜ਼ਾ ਅਸੀਂ ਲਿਆ ਤੇ ਅਸੀਂ ਨਹੀਂ ਦੇ ਪਾ ਰਹੇ ਤੇ ਬੈਂਕ ਉਹਦੇ ਬਦਲੇ ਸਾਡੀ ਕੁਰਕੀ ਨਾ ਕਰੇ, ਸਾਡੀ ਜ਼ਮੀਨ ਨਾ ਲਵੇ, ਉਹ ਕਰਜ਼ਾ ਆਪਣਾ ਕਿਵੇਂ ਵਾਪਸ ਦੇਣ। ਆਈ ਵਾਂਟ ਯੂ ਟੂ ਸ਼ੇਅਰ ਵਿਦ ਦ ਆਡੀਅੰਸ। ਦੇਖੋ ਇਹ ਜਿਹੜਾ ਅਮੀਰ ਔਰ ਗਰੀਬ ਦੇ ਵਿੱਚ ਖਾਈ ਕਿਸ ਤਰ੍ਹਾਂ ਵੱਧਦੀ ਹੈਗੀ ਹੈ ਉਹਨੂੰ ਐਡਰੈਸ ਕਰਨ ਵਾਸਤੇ ਜੋ ਤੁਸੀਂ ਗੱਲ ਕਰ ਰਹੇ ਹੋ, ਕਰਨਾਟਕਾ ਦੇ ਕੁਝ ਕਿਸਾਨਾਂ ਨੇ ਇੱਕ ਇਨੀਸ਼ੀਏਟਿਵ ਲਿਆ। ਉਹਨਾਂ ਨੇ ਜਦ ਮੈਨੂੰ ਕਾਲ ਕੀਤਾ ਕਿ ਤੁਸੀਂ ਆਓ ਸਾਡੇ ਕੋਲ ਦੇਖੋ ਆ ਕੇ, ਐਂਡ ਚਿਤਰਦੁਰਗਾ ਤੁਸੀਂ ਡਿਸਟ੍ਰਿਕਟ ਦੀ ਗੱਲ ਕੀਤੀ ਹੈ, ਉੱਥੇ ਤਾਲੁਕ ਜਿਹੜਾ ਵੀ ਹੈਗਾ ਉਸ ਤਾਲੁਕ ਵਿੱਚ ਉਹ ਕਿਸਾਨ ਜਿਹੜੇ ਸੀਗੇ ਉਹਨਾਂ ਨੇ ਹਰ ਸਾਲ ਆਉਂਦੇ ਨੋਟਿਸ ਉਹਨਾਂ ਕੋਲ ਬੈਂਕਾਂ ਤੋਂ ਕਿ ਬਈ ਤੁਸੀਂ ਰਿਕਵਰੀ ਤੁਹਾਡੀ ਇੰਨੀ ਡਿਊ ਹੈ, ਨਹੀਂ ਦਿਓਗੇ ਤਾਂ ਤੁਹਾਡੀ ਬਾਕੀ ਪ੍ਰੋਸੈਸ ਜਿਹੜੀ ਹੈ ਸ਼ੁਰੂ ਹੋ ਜਾਏਗੀ, ਜ਼ਮੀਨ ਲੈ ਲਾਂਗੇ ਤੁਹਾਡੀ। ਜੀ ਤਾਂ ਉਹਨਾਂ ਨੇ ਨਾ 3-4-5 ਕਿਸਾਨਾਂ ਨੇ ਬੈਠ ਕੇ ਇੱਕ ਸੋਚਿਆ ਕਿ ਵੀ ਦੇਖੋ ਸਾਡੇ ਕੋਲ ਅਸੀਂ ਲਿਆ ਤਾਂ ਕ੍ਰੌਪ ਲੋਨ ਸੀਗਾ, ਕ੍ਰੌਪ ਲੋਨ ਅਸੀਂ ਕ੍ਰੌਪ ਗਰੋ ਕੀਤੀ, ਫਸਲ ਦਾ ਕਰਜ਼ਾ ਲਿਆ, ਫਸਲ ਪੈਦਾ ਕੀਤੀ ਔਰ ਫਸਲ ਅੱਛੀ ਪੈਦਾ ਕੀਤੀ ਹੈ, ਪਰ ਲੇਕਿਨ ਸਾਡਾ ਪ੍ਰਾਈਸ ਨਹੀਂ ਮਿਲਿਆ, ਦਾਮ ਨਹੀਂ ਮਿਲਿਆ, ਸਾਡੀ ਵਿਕੀ ਨਹੀਂ ਫਸਲ। ਤਾਂ ਉਹਨਾਂ ਨੇ ਕੀਤਾ ਕਿ ਉਹ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ ਲਗਾ ਕੇ ਉਹਨਾਂ ਨੇ ਵਰਕਆਊਟ ਕੀਤਾ ਕਿ ਵੀ ਅਗਰ 1000 ਕਰੋੜ ਦਾ ਜਾਂ 1000 ਰੁਪਏ ਦਾ ਤੁਹਾਨੂੰ ਨੋਟਿਸ ਆਇਆ ਅਗਰ, ਤਾਂ ਉਨਾ ਹੀ ਪ੍ਰੋਡਿਊਸ ਲੈ ਜਾ ਕੇ ਉਹਨਾਂ ਨੇ ਬੈਂਕਾਂ ਦੇ ਸਾਹਮਣੇ ਰੱਖਤਾ। ਔਰ ਨਹੀਂ ਪ੍ਰੋਡਿਊਸ ਮਤਲਬ ਆਪਣਾ ਫਸਲ ਲੈ ਜਾ ਕੇ ਫਸਲ ਕੱਟ ਕੇ ਝੋਨਾ ਕਟਿਆ, ਝੋਨਾ ਤਾਂ ਉੱਥੇ ਹੋਏਗਾ ਉਸ ਸਮੇਂ ਨਹੀਂ ਹੁੰਦਾ ਜੋ ਵੀ ਉਗਾਉਂਦੇ ਨੇ, ਚਾਹੇ ਹਾਰਟੀਕਲਚਰ ਕਰਦੇ ਨੇ, ਦਾਲਾਂ ਉਗਾਉਂਦੇ ਨੇ, ਜੋ ਵੀ ਉਗਾਉਂਦੇ ਨੇ, ਉਹਨਾਂ ਨੇ ਉਹ ਫਸਲ ਵੱਢੀ, ਟਰਾਲੀ 'ਚ ਪਾਈ ਤੇ ਬੈਂਕ ਲੈ ਗਏ ਔਰ ਬੈਂਕ 'ਚ ਕਹਿੰਦੇ ਕਿ ਤੁਹਾਡੇ 4 ਲੱਖ ਦਾ ਕਰਜ਼ਾ ਲਿਆ ਸੀ। ਆ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਨੁਸਾਰ ਅਸੀਂ ਸਾਰਾ ਉਸ ਹਿਸਾਬ ਨਾਲ ਇਹਦੀ ਕੀਮਤ ਕੈਲਕੂਲੇਟ ਕੀਤੀ ਹੈ, MSP ਦੇ ਹਿਸਾਬ ਨਾਲ। ਇੱਕ ਪੈਸਾ ਫालतू ਨਹੀਂ ਮੰਗ ਰਹੇ, ਜਿੰਨਾ ਸਰਕਾਰ ਨੇ ਸਾਨੂੰ ਦੇਣਾ ਤੇ ਉਹ ਅਸੀਂ ਲੈ ਆਏ ਆ ਬਾਹਰ, ਤੇ ਬਾਹਰ ਫਸਲ ਪਈ ਹੈ, ਲੈ ਲਓ। 4 ਲੱਖ ਦਾ ਤੁਹਾਡਾ ਵਾਪਸ ਆ ਗਿਆ। ਅਸੀਂ ਡਿਫਾਲਟਰ ਨਹੀਂ ਹੈਗੇ ਆ, ਅਸੀਂ ਪ੍ਰੋਡਿਊਸ ਕੀਤੀ ਹੈ, ਆਪਣੀ ਫਸਲ ਪੈਦਾ ਕੀਤੀ ਹੈ, ਫਸਲ ਤੁਹਾਡੇ ਸਾਹਮਣੇ ਲਿਆ ਹੈ, ਸਰਕਾਰ ਨਹੀਂ ਲੈ ਪਾ ਰਹੀ, ਤੁਸੀਂ ਲੈ ਲਓ। ਔਰ ਤੁਸੀਂ ਹੁਣ ਇਸ ਤਰ੍ਹਾਂ ਸ਼ੁਰੂ ਕਰੋ ਕਿ ਵੀ ਸਾਡਾ ਜਿਹੜਾ ਕਰਜ਼ਾ ਤੁਸੀਂ ਟਰੈਕਟਰ ਲੈ ਗਏ, ਵੀ ਜ਼ਮੀਨ ਲੈ ਗਏ, ਇਹ ਨਹੀਂ, ਸਾਡੀ ਇਹ ਫਸਲ ਲੈ ਲਓ। ਬੈਂਕ ਨੂੰ ਸਮਝ ਨਹੀਂ ਆਇਆ, 4 ਬੈਂਕਾਂ ਕੋਲ ਗਏ, ਚਾਰੋਂ ਬੈਂਕਾਂ ਨੇ ਉਹਨਾਂ ਨੂੰ ਐਕਸੈਪਟ ਤਾਂ ਕਰ ਲਿਆ ਕਿ ਹਾਂ ਤੁਸੀਂ ਸਾਡੇ ਕੋਲ ਆਏ ਹੋ, ਪਰ ਹਲੇ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਡਿਸੀਜਨ ਲਏਗਾ, ਸਭ ਕੁਝ ਲਏਗਾ, ਪਰ ਉਹਨਾਂ ਨੇ ਲਿਖਤ ਬੈਂਕ ਵਿਚਾਰਾ ਮੈਨੇਜਰ ਸਾਹਿਬ ਫਸਲ ਕਿਤੇ ਘਰ ਆਪਣੇ ਲੈ ਜਾਂਦੇ, ਕੀ ਕਰਨਗੇ? ਤਾਂ ਉਹ ਉਹਨਾਂ ਨੇ ਲੇਕਿਨ ਲਿਖਤ ਦਿੱਤਾ ਕਿ ਵੀ ਸਾਡੇ ਕੋਲ ਕਿਸਾਨ ਆਏ ਸੀਗੇ। ਫਿਰ ਉਹਨਾਂ ਨੇ ਕੀ ਕੀਤਾ, ਬਿਜਲੀ ਬੋਰਡ ਦੇ ਵੀ ਬਿੱਲ ਆਉਂਦੇ ਉਹਨਾਂ ਕੋਲ, ਉਹ ਬਿਜਲੀ ਬੋਰਡ ਦੇ ਆਫਿਸ ਵੀ ਚਲੇ ਗਏ, ਉਹੀ ਫਸਲ ਚੱਕ ਕੇ ਉਹ ਫਸਲ ਆਪਣੀ ਲੈ ਕੇ ਕਿ ਲਓ ਜੀ ਸਾਡਾ ਇੰਨਾ ਬਿਜਲੀ ਦਾ ਬਿੱਲ ਸੀਗਾ, ਆ ਤੁਸੀਂ ਸਾਡੀ ਹੁਣ ਫਸਲ ਕਬੂਲ ਕਰੋ। ਅੱਛਾ, ਉਹ ਕੀ ਹੋਇਆ, ਬਿਜਲੀ ਬੋਰਡ ਵੀ ਉਸੇ ਦਿੱਕਤ 'ਚ ਆ ਗਿਆ। ਹਾਂਜੀ, ਹੁਣ ਕੀ ਜੋ ਮੈਨੂੰ ਕਿਉਂ ਬੁਲਾ ਰਹੇ ਸੀਗੇ ਕਿ ਉਹਨਾਂ ਦਾ ਇਹ ਸੀਗਾ ਕਿ ਵੀ ਇਸ ਗੱਲ ਨੂੰ ਅਗਰ ਅਸੀਂ ਉਠਾਈਏ ਤਾਂ ਇਹ ਸਾਰੀ ਖੇਤੀ ਦੇ ਉੱਪਰ ਜਿਹੜਾ ਸੰਕਟ ਹੈ ਨਾ ਕਰਜ਼ੇ ਦੇ ਬੋਝ ਦਾ, ਉਹ ਸਮਾਪਤ ਹੋ ਸਕਦਾ। ਅਬੇ ਬੈਂਕ ਵਾਲੇ ਥੋੜੀ ਜਿਹੀ ਸਮਝਦਾਰੀ ਕਰਨ, ਫਸਲ ਲੈ ਲਿਆ ਕਰਨ, ਤੇ ਮੈਨੇਜਰ ਸਾਹਿਬ ਦੇਖਣ ਵੀ ਬਾਜ਼ਾਰ 'ਚ ਕਿੱਦਾਂ ਵੇਚਣੀ ਹੈ। ਮੈਨੂੰ ਜਦ ਮੈਂ ਕਿਹਾ ਇਸ ਗੱਲ ਨੂੰ ਮੈਂ ਉਠਾਇਆ ਤਾਂ ਮੇਰੇ ਤੇ ਸਵਾਲ ਉੱਠਿਆ ਕਿ ਜੀ ਇਹਨਾਂ ਦੀ ਐਕਸਪਰਟੀਜ਼ ਨਹੀਂ ਹੈਗੀ ਹੈ ਬੈਂਕ ਦੀ, ਬੈਂਕ ਨੂੰ ਫਸਲ ਨਹੀਂ ਬੈਂਕ ਨੂੰ ਫਸਲ ਵੇਚਣੀ ਨਹੀਂ ਆਉਂਦੀ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਬੈਂਕ ਇਜ਼ ਅ ਕਮਰਸ਼ੀਅਲ ਆਰਗੇਨਾਈਜੇਸ਼ਨ, ਕਮਰਸ਼ੀਅਲ ਆਰਗੇਨਾਈਜੇਸ਼ਨ ਹੈ। ਜਦੋਂ ਮੋਟਰਸਾਈਕਲ ਲੈ ਕੇ ਲੈਂਦਾ ਜਾਂ ਟਰੈਕਟਰ ਲੈਂਦੇ ਹੈਗੇ, ਉਹਨਾਂ ਦੇ ਆਕਸ਼ਨ ਕਰਦੇ ਹੈ, ਤਾਂ ਵੀ ਉਹ ਐਕਸਪਰਟੀਜ਼ ਨਹੀਂ ਹੁੰਦੀ ਉਹਨਾਂ ਦੀ। ਫਿਰ ਜਦੋਂ ਕੁਰਕੀ ਕਰਦੇ ਹੈ, ਇੱਕ ਲੈਂਡ ਬੈਂਕ ਕ੍ਰੀਏਟ ਕਰ ਦਿੰਦੇ ਆ, ਫਿਰ ਉਹਦੀ ਆਕਸ਼ਨ ਹੁੰਦੀ ਹੈ, ਉਹਦੇ ਵੀ ਕੋਈ ਐਕਸਪਰਟੀਜ਼ ਨਹੀਂ ਹੈਗੀ। ਬੈਂਕਿੰਗ ਟ੍ਰੇਨਿੰਗ ਇਹ ਤਾਂ ਹੁੰਦਾ ਨਹੀਂ ਵੀ ਮੋਟਰਸਾਈਕਲ ਲੈ ਕੇ ਕਿੰਨੇ ਦਾ ਵੇਚੀਦਾ। ਹਾਂਜੀ, ਤਾਂ ਮੈਂ ਕਹਿੰਦਾ ਇਹ ਕਿਉਂ ਨਹੀਂ ਆਪਾਂ ਇਸੇ ਪੈਟਰਨ ਤੇ ਕਿਸਾਨਾਂ ਦੀ ਫਸਲ ਦਾ ਵੀ ਅਸੀਂ ਇੱਕ ਤਰੀਕਾ ਲੱਭੀਏ ਕਿ ਉਹਨਾਂ ਦੀ ਫਸਲ ਲੈ ਕੇ ਤੁਸੀਂ ਗੋਡਾਊਨ ਬਣਾ ਲਓ, ਤੁਸੀਂ ਉੱਥੇ ਆਪਣੀ ਫਸਲ ਰੱਖੋ, ਅਡਾਨੀ ਸਾਹਿਬ ਨਾਲ ਗੱਲ ਕਰ ਲਓ, ਮਦਰ ਡੇਰੀ ਹੈ, ਅਡਾਨੀ ਹੈ, ਅੰਬਾਨੀ ਹੈ, ਰਿਲਾਇੰਸ ਫਰੈਸ਼ ਹੈ, ਸਾਰਿਆਂ ਨੂੰ ਵੇਚੋ। ਹਾਂਜੀ, ਤਾਂ ਲੇਕਿਨ ਵਾਈ should the farmer bear the brunt? will you recommend ਕਿ ਪੰਜਾਬ ਦੇ ਕਿਸਾਨਾਂ ਨੂੰ ਇਦਾਂ ਹੀ ਕਰਨਾ ਚਾਹੀਦਾ ਵੀ ਬੈਂਕ ਦਾ ਪੈਸਾ ਨਹੀਂ ਦੇ ਹੁੰਦਾ? ਮੈਨੂੰ ਬੜਾ ਅੱਛਾ ਲੱਗਿਆ ਕਿ ਹਿਮਾਚਲ ਦੇ ਕਿਸਾਨਾਂ ਝੋਨਾ ਲੈ ਜਾਓ, ਬੈਂਕ ਦੇ ਦਫ਼ਤਰ ਸਾਹਮਣੇ ਮੈਨੇਜਰ ਸਾਹਿਬ ਆ ਲਓ। ਮੈਨੂੰ ਬੜਾ ਅੱਛਾ ਲੱਗਿਆ ਕਿ ਹਿਮਾਚਲ ਦੇ ਕਿਸਾਨਾਂ ਨੇ ਇਸ ਗੱਲ ਤੇ ਰਿਸਪੌਂਡ ਕੀਤਾ। ਉਹਨਾਂ ਨੇ ਕਿਹਾ ਜੇ ਕਿ ਸਾਡੇ ਕੋਲ ਨੋਟਿਸ ਆਏਗਾ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਅਸੀਂ ਤਾਂ ਆਪਣੇ ਸੇਬਾਂ ਦੇ ਟਰੱਕ ਜਾਣਗੇ, ਸੇਬਾਂ ਦੇ ਟਰੱਕ ਲੈ ਜਾ ਕੇ ਬੈਂਕ ਦੇ ਸਾਹਮਣੇ ਖੜੇ ਕਰ ਦੇਣੇ ਆ।
ਤੁਸੀਂ ਚਾਹੇ ਅਦਾਨੀ ਨੂੰ ਵੇਚੋ ਚਾਹੇ ਤੁਸੀਂ ਅੰਬਾਨੀ ਨੂੰ ਵੇਚੋ। ਔਰ ਮੈਂ ਐਕਸਪੈਕਟ ਕਰਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ, ਇਹ ਯੂਨੀਅਨ ਦੇ ਲੀਡਰਸ ਨੂੰ ਵੀ ਸਮਝਣਾ ਚਾਹੀਦਾ ਕਿ ਦੋ ਹੀ ਕ੍ਰਾਈਸਿਸ ਹੈਗੇ ਮੁੱਖਤਾ ਦੇਖੀਏ। ਇੱਕ ਤਾਂ MSP ਨੂੰ ਕਾਨੂੰਨੀ ਅਧਿਕਾਰ ਬਣਾਉਣਾ, ਉਹ ਦਾਮ ਮਿਲੇ ਕਿਸਾਨ ਨੂੰ। ਦੂਜਾ ਹੈ ਕਿ ਜਿਹੜਾ ਕਰਜ਼ਾ ਤੋਂ ਮੁਕਤੀ ਜਿਹੜੀ ਚਾਹੀਦੀ ਹੈਗੀ ਹੈ ਖੇਤੀ ਨੂੰ, ਉਹਦੇ ਵਾਸਤੇ ਸੋਲੂਸ਼ਨ ਕਰਨਾਟਕਾ ਦੇ ਕਿਸਾਨਾਂ ਨੇ ਦੱਸਤਾ ਹੈਗਾ। ਮੈਨੂੰ ਲੱਗਦਾ ਕਿ ਇਹ ਦੋ ਚੀਜ਼ਾਂ ਅਗਰ ਅਸੀਂ ਕਰ ਲਈਏ ਤਾਂ ਅਸੀਂ ਇੱਕ ਤਰ੍ਹਾਂ ਦਾ ਰਿਸਰਜੈਂਸ ਜਿਹੜਾ ਹੋਏਗਾ ਐਗਰੀਕਲਚਰ ਦਾ ਉਹਦੇ ਵਿੱਚੋਂ ਆਏਗਾ। ਬੇਸਿਕਲੀ ਇਹ ਇਮੇਜਿਨੇਟਿਵ ਵੇਜ਼ ਨੇ ਸੁੰਦਰ ਕਲਪਨਾ ਦਾ ਰਿਜ਼ਲਟ ਹੈ ਕਿ ਅਸੀਂ ਰੈਜ਼ਿਸਟੈਂਸ ਦੇ ਨੈਰੇਟਿਵ ਖੜੇ ਕਰੀਏ ਕਿ ਕਿਸਾਨ ਤੁਹਾਨੂੰ ਸ਼ਰਮਸਾਰ ਕਰ ਰਿਹਾ ਤੇ ਤੁਸੀਂ ਉਹਨੂੰ ਜਿਸ ਮਾਰਕੀਟ ਨਾਲ ਜੋੜਦੇ ਹੋ ਉਸ ਮਾਰਕੀਟ ਦੇ ਵਿੱਚ ਗਰਾਊਂਡ ਅਨਈਵਨ ਹੈ। ਕਿਸਾਨ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਜੋ ਗਰਾਊਂਡ ਦੇ ਉੱਤੇ ਉੱਥੇ ਰਿਐਲਿਟੀਜ਼ ਨੇ, ਜਿਸ ਤਰੀਕੇ ਨਾਲ ਉੱਤੇ ਕਾਰਪੋਰੇਟ ਨੇ ਆ ਕੇ ਖੇਲਣਾ ਹੈ। ਅਡਾਨੀ ਸਾਹਿਬ ਬਹੁਤ ਵੱਡੇ ਵੱਡੇ ਸੇਬਾਂ ਦੇ ਸਟੋਰੇਜ ਬਣਾ ਸਕਦੇ ਨੇ, ਕਿਸਾਨ ਆਪਣੀ ਫਸਲ ਨੂੰ ਉਨੀ ਦੇਰ ਤੱਕ ਸਟੋਰ ਕਰਕੇ ਨਹੀਂ ਰੱਖ ਸਕਦਾ, ਉਹਨੇ ਮੰਡੀ 'ਚ ਉਦੋਂ ਹੀ ਵੇਚਣੀ ਹੈ, ਉਹ ਡਿਸਟ੍ਰੈਸ ਸੈਲਿੰਗ ਕਰੇਗਾ ਹੀ ਕਰੇਗਾ, ਉਹਨੂੰ MSP ਦਾ ਰੇਟ ਨਹੀਂ ਮਿਲੇਗਾ। ਤੇ ਤੁਸੀਂ ਲਗਾਤਾਰ ਉਹ ਸਵਾਮੀਨਾਥਨ ਕਮੇਟੀ ਵਾਲੀ ਰਿਪੋਰਟ ਬਾਰੇ ਇਹ ਕਹਿੰਦੇ ਰਹੋਗੇ ਕਿ ਅਸੀਂ ਲਾਗੂ ਕਰ ਦਿੱਤੀ ਹੈ, ਫਿਰ ਇੱਕ 26 ਮੈਂਬਰੀ ਕਮੇਟੀ ਬਣਾਓਗੇ ਤੇ ਉਹਦੀਆਂ ਖਬਰਾਂ ਤੋਂ ਬਾਅਦ ਸਾਨੂੰ ਇਹ ਪਤਾ ਲੱਗੇਗਾ ਕਿ ਉਹਦੇ ਪੰਜਾਬ ਦਾ ਕੋਈ ਨੁਮਾਇੰਦਾ ਨਹੀਂ, ਵੈਸਟਰਨ ਯੂਪੀ ਤੋਂ ਕੋਈ ਨਹੀਂ ਹੈ, ਗ੍ਰੇਨ ਪ੍ਰੋਡਿਊਸਿੰਗ ਮੇਜਰ ਸਟੇਟਸ ਤੋਂ ਨਹੀਂ ਹੈ, ਐਨੀਮਲ ਹਸਬੈਂਡਰੀ ਤੋਂ ਕੋਈ ਨਹੀਂ ਹੈ, ਤੇ ਫਿਰ ਅਸੀਂ ਉੱਤੇ ਡਿਬੇਟ ਕਰਾਂਗੇ ਐਂਡ ਦੈਨ ਈਵਨ ਦੈਟ ਡਿਬੇਟ ਵਿਲ ਬੀ ਲੌਸਟ। ਉਸ ਤੋਂ ਬਾਅਦ ਇਹਦੇ ਬਾਰੇ ਕੋਈ ਗੱਲ ਹੀ ਨਹੀਂ ਹੋ ਰਹੀ ਹੈ। ਹੁਣ ਮੈਂ ਸੁਣਿਆ ਕਿ ਸਰਕਾਰ ਨੂੰ ਪਤਾ ਲੱਗਿਆ ਕਿ ਸਾਡੇ ਜਿੰਨੇ ਵੀ ਐਕਸਪਰਟ ਨੇ, ਜਿੰਨੀਆਂ ਕਮੇਟੀਆਂ ਬਣੀਆਂ ਨੇ, ਜਿਨ੍ਹਾਂ ਨੇ ਸਾਨੂੰ ਇਹ ਮੱਤ ਦਿੱਤੀ ਸੀ ਕਿ ਡਾਈਵਰਸੀਫਾਈ ਕੀਤਾ ਜਾਵੇ, ਉਹ ਕਾਫੀ ਨਹੀਂ ਹੈ ਤੇ ਬਾਹਰੋਂ ਅਕਲ ਇੰਪੋਰਟ ਕਰਨੀ ਚਾਹੀਦੀ ਹੈ। ਤਾਂ ਉਹਨਾਂ ਨੇ ਇੱਕ ਕੰਸਲਟੈਂਟ ਗਰੁੱਪ ਵੀ ਰੱਖ ਲਿਆ ਵੀ ਭਾਈ 1000 ਕਰੋੜ ਰੁਪਏ ਤੁਹਾਨੂੰ ਦੇਵਾਂਗੇ ਤੇ ਸਾਨੂੰ ਇਹ ਅਕਲ ਦਿਓ ਵੀ ਕਣਕ ਤੇ ਝੋਨੇ ਵਿੱਚੋਂ ਕਿਵੇਂ ਨਿਕਲੀਏ। ਇਹ 20-25 ਸਾਲ ਨੂੰ ਤੁਸੀਂ ਕਾਫੀ ਡਿਸਕਸ ਕੀਤਾ ਸੀਗਾ ਤੇ ਜਿਹੜੇ ਸਾਡੇ ਹੁਣ ਵੱਡੇ ਵੱਡੇ ਵਿਗਿਆਨੀ ਨੇ, ਕ੍ਰਿਸ਼ੀ ਵਿਗਿਆਨੀ, ਖੇਤੀ ਵਿਗਿਆਨੀ, ਇਹ ਸਾਰੇ ਪੋਸੀਬਲੀ ਸੜਕਾਂ ਤੇ ਆ ਕੇ ਧਰਨਾ ਮਾਰ ਸਕਦੇ ਨੇ ਕਿ ਸਾਡੇ ਕੋਲ ਕਾਫੀ ਸੀ ਅਕਲ, ਅਸੀਂ ਦੇ ਰਹੇ ਸੀ ਤੇ ਤੁਸੀਂ ਇੰਪੋਰਟਡ ਵਾਲੀ ਨਾ ਵਰਤੋ। ਨਹੀਂ, ਤੁਹਾਡਾ ਮੈਸੇਜ ਕਲੀਅਰ ਹੈ, ਲੇਕਿਨ ਇਹ ਬੜੀ ਇੰਟਰਸਟਿੰਗ ਹੈ ਕਿ ਸਰਕਾਰ ਨੇ ਦੱਸਿਆ ਪ੍ਰੈਸ ਰਿਲੀਜ਼ ਕੱਢ ਕੇ, ਜਿੱਥੇ ਅਸੀਂ ਜਿਸ ਦੇਸ਼ ਵਿੱਚ ਆਪਾਂ ਕਹਿੰਦੇ ਹੈਗਾ ਕਿ FDI ਆ ਕੇ ਤੁਹਾਡਾ ਸੋਲੂਸ਼ਨ ਹੈਗਾ ਇੱਕ ਇਕਨੋਮਿਕ ਗਰੋਥ ਦਾ, ਤਾਂ ਉਸੇ ਗੱਲ 'ਚ ਤਾਂ ਇਹ ਵੀ ਜਾਂਦਾ ਨਾ ਨਾਲ ਕਿ ਵੀ ਜਿਹੜੀ ਸੋਚ ਹੈ ਉਹ ਵੀ ਤਾਂ ਉਧਰੋਂ ਆਉਣੀ ਚਾਹੀਦੀ ਨਾ, ਸੋਚ ਵੀ ਤਾਂ ਉੱਥੋਂ ਆਉਣੀ ਚਾਹੀਦੀ ਹੈਗੀ ਡਿਵੈਲਪਮੈਂਟ ਦੀ, ਵਿਕਾਸ ਦੀ, ਐਗਰੀਕਲਚਰ ਦੀ, ਇੰਡਸਟਰੀ ਬਾਰੇ, ਟ੍ਰੇਡ ਬਾਰੇ, ਸਟਾਕ ਐਕਸਚੇਂਜ ਬਾਰੇ ਉਧਰੋਂ ਆ ਰਹੀ ਸੀ ਤੇ ਕਣਕ ਝੋਨੇ ਬਾਰੇ ਵੀ ਉਧਰੋਂ ਆਵੇ ਤੇ ਉਸੇ ਸੋਚ ਦਾ ਹਿੱਸਾ ਹੈ ਨਾ ਇਹ ਤਾਂ ਉਸੇ ਸੋਚ ਵਿੱਚੋਂ ਚੱਲ ਰਿਹਾ ਕਿ ਵੀ ਸਾਡੇ ਕੋਲ ਜਿਹੜੇ ਵਿਚਾਰ ਵੀ ਹੈਗੇ ਜਾਂ ਸਾਡੇ ਕੋਲ ਆਈਡੀਆਜ਼ ਹੈਗੇ, ਕਨਸੈਪਟਸ ਹੈਗੇ, ਜੋ ਵੀ ਹੈ ਉਹ ਵੀ ਬਾਹਰੋਂ ਬੜੇ ਸਾਡੇ ਕੋਲ ਅੱਛੇ ਹੁੰਦੇ ਆ, ਉਹਨੂੰ ਅਸੀਂ ਅਡਾਪਟ ਕਰੀਏ। ਤਾਂ ਹੀ ਤੁਹਾਨੂੰ ਯਾਦ ਹੋਏਗਾ ਜਦ ਕਿਸਾਨ ਅੰਦੋਲਨ ਹੋਇਆ ਸੀ, ਮੈਂ ਇੱਕ ਗੱਲ ਬਹੁਤ ਲਗਾਤਾਰ ਕਹਿੰਦਾ ਆਇਆ ਸੀਗਾ ਕਿ ਇਹ ਜਿਹੜੀ ਕੱਟ ਐਂਡ ਪੇਸਟ ਅਸੀਂ ਕੀਤਾ ਹੈਗਾ ਅਮੀਰ ਦੇਸ਼ਾਂ ਤੋਂ ਔਰ ਸੋਚਿਆ ਕਿ ਇਹ ਮਾਰਕੀਟ ਰਿਫਾਰਮਸ ਐਗਰੀਕਲਚਰ ਨੂੰ ਵਾਇਬਲ ਬਣਾਉਣਗੇ, ਇਹ ਮਾਰਕੀਟ ਰਿਫਾਰਮਸ ਤਾਂ ਉਹਨਾਂ ਦੇਸ਼ਾਂ 'ਚ ਹੀ ਫੇਲ ਹੋ ਗਏ ਹੈਗੇ ਆ, ਜੇ ਅਮਰੀਕਾ ਹੋਏ, ਕੈਨੇਡਾ ਹੋਏ, ਯੂਰਪੀਅਨ ਯੂਨੀਅਨ ਹੋਏ, ਉੱਥੇ ਫੇਲ ਹੋ ਗਿਆ। ਤੁਸੀਂ ਦੇਖੋ ਨਾ, ਤੁਸੀਂ ਸੁਸਾਈਡ ਦੀ ਗੱਲ ਕੀਤੀ ਸੀ, ਅਮਰੀਕਾ ਵਿੱਚ ਜਿਹੜਾ ਰੇਟ ਆਫ ਸੁਸਾਈਡ ਹੈਗਾ 3.5 ਗੁਣਾ ਜ਼ਿਆਦਾ ਹੈ ਪਿੰਡਾਂ ਵਿੱਚ ਕੰਪੇਅਰ ਟੂ ਸ਼ਹਿਰ। ਤੁਸੀਂ ਇਹ ਦੇਖੋ, ਇਹ ਉੱਥੋਂ ਅਸੀਂ ਕੱਟ ਐਂਡ ਪੇਸ਼ ਕਰਕੇ ਆਪਣੇ ਲਾਜ਼ ਇੱਥੇ ਲੈ ਕੇ ਆਏ ਸੀਗੇ। ਉਹ ਉੱਥੇ ਇੰਨਾ ਐਗਰੀਕਲਚਰ ਡਿਸਟ੍ਰੈਸ ਇੰਨਾ ਗੰਭੀਰ ਹੈਗਾ ਔਰ ਸਾਡੇ ਐਕਸਪਰਟਸ ਨੂੰ ਪਤਾ ਹੀ ਨਹੀਂ ਸੀਗਾ। ਤੇ ਮੇਰਾ ਮਤਲਬ ਕਹਿਣਾ ਹੈ ਕਿ ਕਿਤੇ ਨਾ ਕਿਤੇ ਤਾਂ ਸਾਡੇ ਐਕਸਪਰਟਸ 'ਤੇ ਵੀ ਸਵਾਲ ਹੋਣੇ ਚਾਹੀਦੇ ਹੈ ਕਿ ਵੀ ਤੁਹਾਨੂੰ ਇੰਟਰਨੈਸ਼ਨਲ ਪੋਜੀਸ਼ਨਸ ਅੱਜ ਕੱਲ੍ਹ ਦੇ ਸ਼ਾਇਦ ਇਹੀ ਇੱਕ ਕਾਰਨ ਹੋਏਗਾ ਕਿ ਅਸੀਂ ਬਾਹਰੋਂ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਸੋਚ ਜਾਂ ਸਜੈਸ਼ਨਸ ਹਾਂਜੀ, ਉਹ ਇਹ ਵੀ ਕਾਰਨ ਹੋ ਸਕਦਾ ਕਿ ਸਾਡੇ ਲੋਕੀ ਵੀ ਤਾਂ ਨਹੀਂ ਪ੍ਰਯਾਸ ਕਰਦੇ ਨਾ ਕਿ ਵੀ ਤੁਸੀਂ ਦੇਖੋ ਗਲੋਬਲੀ ਕੀ ਹੋ ਰਿਹਾ ਹੈਗਾ, ਵਾਟ ਲੈਸਨਸ ਵੀ ਕੈਨ ਡਰਾ, ਵਾਟ ਸਟੈਪਸ ਵੀ ਕੈਨ ਟੇਕ ਟੂ ਕਾਊਂਟਰ ਦੈਟ। ਇਹ ਨਹੀਂ ਹੁੰਦਾ ਹੈ ਕਿਤੇ ਨਾ ਕਿਤੇ, ਅਸੀਂ ਉਹੀ ਨੈਰੇਟਿਵ ਰਿਪੀਟ ਕਰਦੇ ਹੈਗਾ। ਤੁਸੀਂ ਕਿਹਾ ਸੀਗਾ ਇੱਕ ਵਾਈਸ ਚਾਂਸਲਰ ਕਹਿੰਦੇ ਸੀਗੇ ਕਿ ਖਬਰਾਂ ਨਾਲ ਰਿਪੋਰਟ ਕਰੋ ਇਹਨਾਂ ਦੀ, ਮੁਹਿੰਮ ਚਲਾਈ ਇਹਦੇ ਬਾਰੇ, ਮੁਹਿੰਮ ਚਲਾਈ ਹੈਗੀ ਹੈ, ਤਾਂ ਉਹੀ ਸੋਚ ਹੈ ਨਾ, ਉਹੀ ਸੋਚ ਹੈਗੀ ਹੈ। ਸੋ ਮੇਰਾ ਕਹਿੰਦਾ ਕਿ ਫਰਕ ਨਹੀਂ ਹੈ, ਪਰ ਮੈਂ ਚਾਹੁੰਦਾ ਹੈਗਾ ਕਿ ਸਾਡੇ ਆਪਣੇ ਪੰਜਾਬ ਵਿੱਚ ਹੋਏ ਜਾਂ ਕੋਈ ਹੋਰ ਵੀ ਸਟੇਟ ਹੋਏ, ਵੀ ਹੈਵ ਗॉट ਲੋਟ ਆਫ ਐਕਸਪਰਟਿਜ਼ ਇੰਨੇ ਸਾਲਾਂ ਤੋਂ, ਕਿ ਸਾਨੂੰ ਅੱਜ ਤੱਕ ਇਹੀ ਨਹੀਂ ਸਮਝ ਆਇਆ ਕਿ ਕ੍ਰਾਈਸਿਸ ਕਿੱਥੇ ਹੈਗਾ। ਇਹ ਬੜਾ ਦੁਰਭਾਗਯ ਹੈ। ਅੱਜ ਵੀ ਨਵੀਂ ਕਮੇਟੀ ਬਣ ਜਾਂਦੀ ਹੈ, ਅੱਜ ਵੀ ਤੁਸੀਂ ਦਿੱਲੀ 'ਚ ਦੇਖ ਲਓ, ਸੈਂਟਰ ਦੇਖ ਲਓ, ਉੱਥੇ ਵੀ ਨਵੀਂ ਕਮੇਟੀਆਂ ਬਣ ਜਾਂਦੀਆਂ। ਸਾਡੇ ਕੋਲ ਸੁਸਾਈਡ ਦੇ ਉੱਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੁਸਾਈਡ ਦੇ ਉੱਪਰ ਘੱਟ ਤੋਂ ਘੱਟ 75 ਸਟੱਡੀਜ਼ ਹੈਗੀਆਂ, ਘੱਟ ਤੋਂ ਘੱਟ 75 ਸਟੱਡੀਜ਼ ਹੈਗੀਆਂ। ਸੁਸਾਈਡ ਦਾ ਅੱਜ ਵੀ ਤੁਸੀਂ ਅਗਰ ਐਡਰੈਸ ਕਰਨਾ ਹੋਏਗਾ, ਉਹ ਕਹਿਣਗੇ ਜੀ ਇੱਕ ਹੋਰ ਨਵੀਂ ਕਮੇਟੀ ਬਣਾਓ। ਬੜਾ ਆਸਾਨ ਹੋ ਗਿਆ ਨਾ। ਕਿਸਾਨੀ ਆਤਮ ਹੱਤਿਆਵਾਂ 'ਚੋਂ PhD ਥੀਸਿਸ ਕਾਫੀ ਨਿਕਲਨੇ ਨੇ, ਕਿਤਾਬਾਂ ਅੱਛੀਆਂ ਨੇ, ਲਿਟਰੇਚਰ ਅੱਛਾ ਬਣ ਰਿਹਾ, ਸਬਜੈਕਟ ਬਹੁਤ ਅੱਛਾ ਹੈ। ਤੇ ਅਸੀਂ ਕਿਸਾਨੀ ਸੁਸਾਈਡਸ ਦੀਆਂ, ਮਜ਼ਦੂਰ ਦੀਆਂ ਸੁਸਾਈਡਸ ਬਾਰੇ ਜਿਹੜਾ ਡਿਬੇਟ ਹੈ ਉਹ ਇਸੇ ਤਰੀਕੇ ਨਾਲ ਹੁੰਦਾ ਹੈ। ਇਹ ਨਹੀਂ ਕਿ ਮਤਲਬ ਮੈਨੂੰ ਕਦੀ ਰਿਪੋਰਟਸ ਇਸ ਕਿਸਮ ਦੀਆਂ ਨਹੀਂ ਮਿਲੀਆਂ ਕਿ ਜਿਹੜੇ ਵਿਗਿਆਨੀ ਇਹਦੇ ਬਾਰੇ ਪੜ੍ਹ ਲਿਖ ਰਹੇ ਸਨ ਉਹ ਸੀਰੀਅਸ ਸਾਈਕੋਲੋਜੀਕਲ ਇਸ਼ੂਜ਼ ਦਾ ਸ਼ਿਕਾਰ ਹੋ ਰਹੇ ਨੇ। ਤੁਸੀਂ ਕੁਝ ਪਰਿਵਾਰਾਂ ਨਾਲ ਗੱਲ ਕਰੋ, ਤੁਸੀਂ ਜਾ ਕੇ ਉਹਨਾਂ ਪਿੰਡਾਂ ਵਿੱਚ ਉਹਨਾਂ ਨੂੰ ਮਿਲੋ, ਤੁਸੀਂ ਖੁਦਕੁਸ਼ੀ ਪੀੜਤ ਪਰਿਵਾਰ ਕਈ ਵਾਰੀ ਇਕੱਠੇ ਹੁੰਦੇ ਨੇ, ਤੁਹਾਨੂੰ ਦਿਲ ਗੁਰਦਾ ਚਾਹੀਦਾ ਹੁੰਦਾ ਉਹਨਾਂ ਨਾਲ ਗੱਲ ਕਰਨ ਦੀ। ਤੁਸੀਂ ਉੱਥੋਂ ਭੱਜਦੇ ਹੋ ਤੇ ਆਪਣੇ ਆਪ ਨੂੰ ਲਾਹਨਤ ਪਾਉਂਦੇ ਹੋ ਕਿ ਮੈਂ ਕਿਹਨਾਂ ਤੋਂ ਭੱਜ ਰਿਹਾ, ਤੇ ਤੁਸੀਂ ਉਹਨਾਂ ਦੀ ਗੱਲ ਸੁਣਦੇ ਹੋ ਤੇ ਉਹਨਾਂ ਕੋਲ ਬਾਰ-ਬਾਰ ਉਹੀ ਗੱਲ ਕਹਿਣ ਲਈ ਹੈ। ਉਹ ਬਾਰ-ਬਾਰ ਇਸ ਲਈ ਕਹਿ ਰਹੇ ਨੇ ਕਿ ਕੋਈ ਉਹਨਾਂ ਦੀ ਸੁਣ ਨਹੀਂ ਰਿਹਾ।
ਤੇ ਉਸ ਤੋਂ ਬਾਅਦ ਵੀ ਉਹ ਡਿਬੇਟ ਗਵਾ ਜਾਂਦਾ। ਮੈਨੂੰ ਮੈਂ ਇੱਕ ਦੋ ਚੀਜ਼ਾਂ ਤੇ ਹੋਰ ਗੱਲ ਕਰਨੀ ਚਾਹ ਰਿਹਾ, ਮੈਂ ਰੁਕ ਰਿਹਾ ਬ੍ਰੇਕ ਲਈ। ਇੱਕ ਤਾਂ ਜਿਹੜੀ ਇਸ ਕਿਸਮ ਦੀ ਇਨਇਕੁਐਲਿਟੀ ਨਾਲ ਵੀ ਤਾਂ ਸੋਸ਼ਲ ਸਟਰਾਈਫ ਆਉਂਦੀ ਹੈ ਨਾ। ਅਸੀਂ ਅੱਜ ਜੋ ਫਰਾਂਸ ਦੇ ਵਿੱਚ ਦੇਖ ਰਹੇ ਹਾਂ ਉਹ ਬੇਸਿਕਲੀ ਉਹ ਸੋਸ਼ਲ ਸਟਰਾਈਫ ਹੈ ਜਿਸ ਤੋਂ ਉਹਨਾਂ ਦੀ ਸਾਰੀ ਇਕਨੋਮੀ ਪ੍ਰਭਾਵਿਤ ਹੋ ਗਈ। ਅੱਜ ਕਿੰਨੇ ਦਿਨ ਹੋ ਗਏ, ਤੀਸਰਾ ਹਫਤਾ ਵੀ ਟੱਪ ਗਿਆ ਤੇ ਫਰਾਂਸ ਤੂ ਕਰਕੇ ਜਲ ਰਿਹਾ, ਅੱਗਾਂ ਲੱਗੀਆਂ ਹੋਈਆਂ, ਪੈਰਿਸ ਸੜ ਰਿਹਾ, ਤੀਜਾ ਹਫਤਾ ਹੋ ਗਿਆ। ਆ ਸ੍ਰੀਲੰਕਾ ਸੜਿਆ ਸਾਡੇ ਸਾਹਮਣੇ। ਸੋਸ਼ਲ ਸਟਰਾਈਫ ਤੇ ਐਗਰੀਕਲਚਰ ਦੇ ਨਾਲ ਜੁੜੇ ਹੋਏ ਇਸ਼ੂਜ਼, ਫੂਡ ਪ੍ਰੋਡਕਸ਼ਨ ਦੇ ਨਾਲ ਜੁੜੇ ਇਸ਼ੂਜ਼, ਫੂਡ ਸਕੇਰਸਿਟੀ ਦੇ ਮੁੱਦੇ, ਤੇ ਉਹੀ ਸੋਸ਼ਲ ਸਟਰਾਈਫ ਸਾਡੇ ਵੀ ਆ, ਸਾਡੇ ਵੀ ਡੈਮੋਕ੍ਰੇਸੀ ਦੇ ਵੀ ਡਿਬੇਟ ਨੇ। ਇਹ ਡਿਬੇਟ ਵੀ ਆਪਸ ਵਿੱਚ ਜੁੜੇ ਹੋਏ ਨੇ। ਮੈਂ ਕਿਸਾਨੀ ਅੰਦੋਲਨ ਵੇਲੇ ਇਹਨਾਂ ਨਾਲ ਸਾਰੇ ਡਿਬੇਟਸ ਨੂੰ ਇਕੱਠੇ ਇੱਕ ਮੁਕਾਮ ਤੇ ਆਉਂਦਿਆਂ ਦੇਖਿਆ ਸੀ। ਤੇ ਫਿਰ ਕਿਸਾਨ ਅੰਦੋਲਨ ਨੇ ਇੱਕ ਖੂਬਸੂਰਤ ਮੀਡੀਆ ਦਾ ਸੰਸਾਰ ਵੀ ਤਾਮੀਰ ਕੀਤਾ ਸੀ। ਉਹਦੇ ਵਿੱਚੋਂ ਕਿੰਨੇ ਮੀਡੀਆ ਚੈਨਲ, ਇਹ ਸੈਲਫ ਪ੍ਰੋਕਲੇਮਡ YouTube ਚੈਨਲਸ ਆਏ ਸੀ ਜਿਨ੍ਹਾਂ ਨੇ ਖੂਬ ਇਸ ਅਕਲ ਨੂੰ ਅੱਗੇ ਲੈ ਕੇ ਗਏ, ਉਸ ਬਿਆਨੀਆਂ ਨੂੰ ਵਧਾਇਆ। ਮੈਸੇਜ ਬਹੁਤ ਦੂਰ ਗਿਆ ਸੀ। ਹੁਣ ਉਹ ਵੀ ਸਾਰੇ ਚੁੱਪ ਕਰ ਗਏ ਨੇ। ਕਿਸ ਨੇ ਰੋਕਿਆ ਕਿ ਅਸੀਂ ਉਹਦੇ ਬਾਰੇ ਡਿਬੇਟ ਕਰਨਾ ਬੰਦ ਕਰ ਦਈਏ? ਤੇ ਕਿਸਾਨ ਤੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਿਹਾ, ਉਹ ਤੇ ਲਟਕ ਰਿਹਾ, ਉਸ ਅਲਫਾਜ਼ ਦੀ ਗੋਲੀ ਖਾ ਰਿਹਾ। We have no option but to meet once again ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿਸਾਨੀ ਮਜ਼ਦੂਰ ਖੁਦਕੁਸ਼ੀਆਂ ਬਾਰੇ। ਨੋਰਮਲੀ ਟੀਵੀ ਡਿਬੇਟ ਉਸ ਤਰ੍ਹਾਂ ਹੁੰਦੇ ਨੇ ਕਿ ਕੋਈ ਵੱਡੀ ਖਬਰ ਆ ਜਾਵੇ, ਕੋਈ ਘਟਨਾ ਚੱਕਰ ਹੋਵੇ ਤਾਂ ਉਸ ਨਾਲ ਜੁੜੇ ਟੀਵੀ ਡਿਬੇਟ ਹੁੰਦੇ ਨੇ। ਇਹ ਥੋੜ੍ਹਾ ਅਜਬ ਇੱਕ ਮੰਜ਼ਰ ਹੈ ਸਾਡੇ ਸਾਹਮਣੇ ਕਿ ਘਟਨਾ ਚੱਕਰ ਹਰ ਰੋਜ਼ ਹੁੰਦਾ। ਕਿਸਾਨ ਮਜ਼ਦੂਰ ਖੁਦਕੁਸ਼ੀ ਬਾਕਾਇਦਾ ਕਰਦੇ ਰਹਿੰਦੇ ਨੇ, ਗਲੋਬਲ ਹੰਗਰ ਇੰਡੈਕਸ ਦੇ ਡਾਟੇ ਆਉਂਦੇ ਰਹਿੰਦੇ ਨੇ, ਅਸੀਂ ਨਵੇਂ ਭੁੱਖਿਆਂ ਦੇ ਅੰਕੜੇ ਜਿਹੜੇ ਆ ਉਹ ਪੁਰਾਣੇ ਭੁੱਖਿਆਂ ਵਿੱਚ ਐਡ ਕਰਦੇ ਰਹਿੰਦੇ ਹਾਂ। ਦੁਨੀਆ ਦੀ ਭੁੱਖ ਸੰਸਾਰ ਦੀ ਕੈਪੀਟਲ ਬਣ ਰਿਹਾ, ਉਹਦੀ ਰਾਜਧਾਨੀ ਬਣ ਰਿਹਾ। ਹੁਣ ਦੁਨੀਆ 'ਚ ਸਭ ਤੋਂ ਜ਼ਿਆਦਾ ਭੁੱਖੇ ਨਾਈਜੀਰੀਆ ਵਿੱਚ ਨੇ, ਉਸ ਤੋਂ ਬਾਅਦ ਦੂਸਰਾ ਨੰਬਰ ਸਾਡਾ ਹੈ। ਤੇ ਸਰਕਾਰ ਕਹਿੰਦੀ ਹੈ ਕਿ ਨਹੀਂ, ਇਹ ਕੋਈ ਭੁੱਖਾ ਨਹੀਂ ਹੈ, ਸਰਕਾਰੀ ਤੌਰ 'ਤੇ ਇਸ ਦੀ ਤਸਦੀਕ ਕਰ ਦਿੱਤੀ ਗਈ ਹੈ। ਇਸੇ ਤਰੀਕੇ ਨਾਲ ਇਹ ਤਸਦੀਕ ਨਾ ਹੋ ਜਾਵੇ ਕੱਲ੍ਹ ਨੂੰ ਕਿ ਕੋਈ ਖੁਦਕੁਸ਼ੀ ਨਹੀਂ ਕਰ ਰਿਹਾ ਤੇ ਪੱਖੇ ਤੋਂ ਲਟਕ ਰਿਹਾ, ਉਸ ਨੂੰ ਮਰਿਆ ਨਾ ਗਿਣਿਆ ਜਾਵੇ ਜਾਂ ਕਿਸਾਨ ਨਾ ਗਿਣਿਆ ਜਾਵੇ। ਬਸ ਉਸੇ ਮੰਜ਼ਰ ਤੋਂ ਬਚਣ ਲਈ ਉਹਨਾਂ ਗੁਆਚੇ ਡਿਬੇਟਸ ਨੂੰ ਦੁਬਾਰਾ ਸ਼ੁਰੂ ਕੀਤਾ। ਦਵਿੰਦਰ ਸ਼ਰਮਾ ਜੀ, ਇਹ ਦੱਸੋ ਕਿ ਜੇ ਡੈਮੋਕ੍ਰੇਟਿਕ ਮੰਜ਼ਰ ਉਸ ਤਰੀਕੇ ਨਾਲ ਸਾਹਮਣੇ ਦਿਖਾਈ ਦਿੰਦਾ ਜਿਹਦੇ ਵਿੱਚ ਬਹਿਸ ਗੱਲਬਾਤ ਲੋਕਾਂ ਦੇ ਮੁੱਦਿਆਂ ਨਾਲ ਜੁੜੀ ਹੋਈ ਹੁੰਦੀ, ਜੇ ਸਾਡੀਆਂ ਪੋਲੀਟੀਕਲ ਪਾਰਟੀਜ਼ ਦਾ ਅੰਦਰੂਨੀ ਡਿਬੇਟ, ਉਹਨਾਂ ਦੇ ਆਪਣੇ ਮੈਨੀਫੈਸਟੋਜ਼, ਉਹਨਾਂ ਦੀਆਂ ਆਈਡੀਓਲੋਜੀਜ਼ ਦੇ ਬਾਰੇ ਉਹ ਗੱਲਬਾਤ ਕਰਦੇ, ਰਾਜਨੀਤਿਕ ਸੰਸਾਰ ਅਜਿਹਾ ਹੁੰਦਾ ਤਾਂ ਫਿਰ ਸਮਾਜਿਕ ਸੰਸਾਰ ਵੀ ਉਹਨਾਂ ਨਾਲ ਦੋ ਹੱਥ ਕਰਦਾ, ਫਿਰ ਉਹ ਇੱਕ ਡਿਸਕੋਰਸ ਸਮਾਜ ਦੇ ਵਿੱਚ ਖੜਾ ਹੁੰਦਾ। ਉਹਦੇ ਵਿੱਚ ਇਹ ਡਿਬੇਟ ਨਹੀਂ ਸੀ ਗਵਾਚਨੇ। ਹੁਣ ਜੇ ਸੋਸ਼ਲ ਸਟਰਾਈਫ ਹੈ, ਜੇ ਅਸੀਂ ਇੱਥੇ ਕਦੀ ਹਿੰਦੂ ਮੁਸਲਮਾਨ ਦਾ ਕੋਈ ਕੁਐਸਚਨ ਖੜਾ ਕਰ ਦਿੰਦੇ ਹਾਂ ਤੇ ਸਾਨੂੰ ਇਹ ਲੱਗਦਾ ਹੈ ਕਿ ਆਦੀਵਾਸੀਆਂ ਨਾਲ ਇਹ ਵੀ ਕੀਤਾ ਜਾ ਸਕਦਾ ਹੈ, ਫਿਰ ਕੋਈ ਇਲੈਕਸ਼ਨ ਆ ਜਾਂਦੀ ਹੈ ਤਾਂ ਸਾਨੂੰ ਲੱਗਦਾ ਹੁਣ ਬਿਆਨੀਆਂ ਇਲੈਕਸ਼ਨ ਦੇ ਵਿੱਚ ਕੀ ਬਣਾਇਆ ਜਾਏਗਾ। ਤੇ ਆਪੋਜੀਸ਼ਨ ਦਾ ਜਿਹੜਾ ਬਿਆਨੀਆ ਇੱਥੋਂ ਤੱਕ ਲਿਮਿਟ ਹੋ ਜਾਂਦਾ ਹੈ ਕਿ ਆਪੋਜੀਸ਼ਨ ਯੂਨਿਟੀ ਹੋਏਗੀ ਜਾਂ ਨਹੀਂ ਹੋਏਗੀ, ਆਮ ਆਦਮੀ ਪਾਰਟੀ ਉਹਦਾ ਹਿੱਸਾ ਹੋਵੇਗੀ ਜਾਂ ਨਹੀਂ ਹੋਏਗੀ, ਕਾਂਗਰਸ ਸੈਂਟਰ ਪੋਜੀਸ਼ਨ ਲਵੇਗੀ ਜਾਂ ਨਹੀਂ ਲਵੇਗੀ। ਇਹ ਸਾਰੀ ਧਿਰ ਨੇ ਤਾਮੀਰ ਹੋਣਾ ਸੀ ਕਿਸੇ ਗਰਾਊਂਡ ਦੇ ਡਿਬੇਟਸ ਤੋਂ ਕਿ ਭਾਈ ਤੁਹਾਡੀ ਐਗਰੀਕਲਚਰ ਦੇ ਉੱਤੇ ਪੋਜੀਸ਼ਨ ਕੀ ਹੈ, ਟ੍ਰੇਡ 'ਤੇ ਕੀ ਪੋਜੀਸ਼ਨ ਹੈ, ਤੁਹਾਡੀ WTO 'ਤੇ ਕੀ ਪੋਜੀਸ਼ਨ ਹੈ, ਇਹ ਸਾਰੇ ਜਿਹੜੇ ਲਿੰਕੇਜਸ ਨੇ, ਅਸੀਂ ਜਿੱਥੇ ਆਪਣੀ ਸੋਵਰਨਿਟੀ ਗਵਾ ਰਹੇ ਆ ਕੰਟਰੀ, ਉਹਦੇ 'ਤੇ ਕੀ ਪੋਜੀਸ਼ਨਸ ਆ, ਉਹਦੇ 'ਤੇ ਇੱਕੋ ਜਿਹੀ ਆਈਡੀਓਲੋਜੀ ਵਾਲੇ ਜਾਂ ਜਿਹੜੇ ਨੇੜੇ ਨੇ ਉਹਨਾਂ ਨੇ ਇਕੱਠਿਆਂ ਹੋਣਾ ਸੀਗਾ। ਇਹ ਹੁਣ ਡਿਫਰੈਂਟਲੀ ਡਿਬੇਟ ਹੁੰਦਾ। ਤੁਹਾਨੂੰ ਲੱਗਦਾ ਹੈ ਵਨ ਰੀਜ਼ਨ ਕਿ ਸਾਡਾ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ ਹੈ ਇਜ਼ ਬਿਕੋਜ਼ ਸਾਡੀ ਸੋਸ਼ਲ ਸਟਰਾਈਫ ਤੇ ਸਾਡਾ ਡਿਬੇਟ ਜਿਹੜਾ ਉਹ ਡੈਮੋਕ੍ਰੈਟਿਕ ਨਹੀਂ ਹੈ, ਸਾਡੀ ਰਾਜਨੀਤੀ ਜਿਹੜੀ ਹੈ ਉਹ ਠੀਕ ਢੰਗ ਤਰੀਕੇ ਨਾਲ ਨਹੀਂ ਚੱਲ ਰਹੀ। ਇਹ ਦੋਨੋਂ ਆਪਸ ਵਿੱਚ ਜੁੜੇ ਹੋਏ ਨੇ। ਦੇਖੋ, ਜਿੱਥੇ ਤੱਕ ਤਾਂ ਸੁਸਾਈਡਸ ਦੀ ਗੱਲ ਹੈ ਉਹ ਤਾਂ ਇੱਕ ਐਕਸਟ੍ਰੀਮ ਹੈਗਾ ਔਰ ਇੱਕ ਬੜਾ ਕਲੀਅਰ ਮੈਸੇਜ ਦਿੰਦਾ ਹੈ ਕਿ ਬਈ ਇਸ ਕ੍ਰਾਈਸਿਸ ਨੂੰ ਕਿਸ ਲੈਵਲ ਤੇ ਅਸੀਂ ਕਿਸਾਨ ਜਿਹੜੇ ਹੈਗੇ ਉਹਨੂੰ ਭੁਗਤ ਰਹੇ ਹੈਗੇ ਆ। ਦੈਟ ਇਜ਼ ਵਨ ਵੇ। ਔਰ ਇਹ ਲੰਬਾ ਡਿਸਟੈਂਸ ਹੈ। ਪਰ ਮੈਂ ਤੁਹਾਨੂੰ ਡਿਸਟ੍ਰੈਸ ਤੋਂ ਸੁਸਾਈਡ ਤੱਕ ਦਾ ਆਪਣਾ ਡਿਸਟੈਂਸ ਬਹੁਤ ਲੰਬਾ ਡਿਸਟੈਂਸ। ਪਰ ਇੱਕ ਹੋਰ ਮੈਂ ਇੱਕ ਸੋਸ਼ਲ ਸਟਰਾਈਫ ਦਾ ਜਾਂ ਸੋਸ਼ਲ ਉਹਦੇ ਇੰਪਲੀਕੇਸ਼ਨ ਕੀ ਹੈਗੇ ਆ, ਸਾਰਾ ਜਿਹੜਾ ਐਗਰੀਕਲਚਰ ਡਿਸਟ੍ਰੈਸ ਵਿੱਚ ਹੈ ਉਹ ਕੀ ਹੋ ਰਿਹਾ ਕਿ ਇਸ ਜਿਹੜੀ ਕਰਨਾਟਕਾ ਦੀ ਜਿਹੜੀ ਹੁਣ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ ਜਿਹੜੇ ਆਪਣੇ ਕੁਮਾਰਾਸਵਾਮੀ ਸਾਹਿਬ ਦੀ ਪਾਰਟੀ ਸੀਗੀ ਉਹਨਾਂ ਨੇ ਇੱਕ ਐਲਾਨ ਕੀਤਾ ਸੀਗਾ ਜੋ ਅਸੀਂ ਸ਼ਾਇਦ ਮਿਸ ਕਰਦੇ। ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਜਿਨ੍ਹਾਂ ਮੁੰਡਿਆਂ ਦੀ ਸ਼ਾਦੀ ਨਹੀਂ ਹੋ ਰਹੀ ਜਿਹੜੇ ਪਿੰਡ ਵਿੱਚ ਹੈਗੇ ਆ, ਉਹਨਾਂ ਦੀ ਸ਼ਾਦੀਆਂ ਨਹੀਂ ਹੋ ਰਹੀਆਂ ਅੱਜ ਕੱਲ੍ਹ ਜਿਹੜੇ ਐਗਰੀਕਲਚਰ ਵਿੱਚ ਹੈਗੇ ਆ, ਤਾਂ ਉਹਨਾਂ ਦੀ ਜਿਹੜੀ ਜਦ ਵਿਆਹ ਹੋ ਜਾਏ ਉਹਨਾਂ ਦਾ ਤਾਂ ਜਿਹੜੀ ਕੁੜੀ ਆਏਗੀ ਉਹਦੇ ਵਾਸਤੇ ਉਹਨਾਂ ਨੇ ਇੱਕ ਅਮਾਊਂਟ ਐਲੋਕੇਟ ਕੀਤਾ ਸੀਗਾ, ਇਹ ਅਸੀਂ ਦੇਵਾਂਗੇ ਜਦੋਂ ਉਹਨਾਂ ਦੀ ਸ਼ਾਦੀ ਹੋ ਜਾਏਗੀ, ਜਦ ਹੋ ਜਾਏਗੀ, ਕਿਉਂਕਿ ਵਿਆਹ ਨਹੀਂ ਹੋ ਰਿਹਾ ਅੱਜ ਕੱਲ੍ਹ। ਹਰਿਆਣੇ ਵਿੱਚ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਮੈਨੂੰ ਲੱਗਦਾ ਉਹਨਾਂ ਨੂੰ ਹੀ ਕੁਝ ਦੇਣ ਦਾ ਵੀ ਗੱਲ ਹੋ ਰਹੀ ਹੈ। ਮਹਾਰਾਸ਼ਟਰ 'ਚ ਮੈਂ ਪਿੱਛੇ ਗਿਆ ਤਾਂ ਉੱਥੇ ਵੀ ਲੋਕਾਂ ਦੇ ਵਿਆਹ ਨਹੀਂ ਹੈ ਰਹੇ, ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਹੈਗੇ ਆ। ਇਹ ਜਿਹੜਾ ਇੱਕ ਸੋਸ਼ਲ ਫਿਨੋਮੀਨਾ ਚੱਲ ਪਿਆ ਹੈਗਾ, ਤੁਸੀਂ ਦੇਖੋ ਇੱਕ ਡਿਸਟ੍ਰੈਸ
ਨੂੰ ਨਾਪਣ ਦਾ ਇੱਕ ਤਰੀਕਾ ਤਾਂ ਸਾਡੇ ਕੋਲ ਹੈ, ਸੁਸਾਈਡਸ ਹੈਗੀ ਹੈ, ਪਰ ਦੂਜੇ ਦੇਖੋ ਜਿਹੜੇ ਬਚੇ ਰਹਿ ਗਏ ਹੈਗੇ ਫੈਮਿਲੀਜ਼, ਉਹਨਾਂ ਦੇ ਵਿੱਚ ਕੀ ਜਿਹੜਾ ਕ੍ਰਾਈਸਿਸ ਆ ਰਿਹਾ ਹੈਗਾ ਉਹ ਅਸੀਂ ਦੇਖਣਾ ਨਹੀਂ ਚਾਹੁੰਦੇ। ਐਗਰੀਰੀਅਨ ਕ੍ਰਾਈਸਿਸ ਨਾਲ ਨਹੀਂ ਰਿਲੇਟ ਕਰ ਰਹੇ ਕਿ ਸ਼ਾਦੀ ਕਿਉਂ ਨਹੀਂ ਹੋ ਰਹੀ ਹੈ, ਉਹੀ ਗੱਲ ਕਿ ਤੁਹਾਡੀ ਐਮਐਸਪੀ ਨਾਲ ਜੁੜੀ ਹੋਈ ਹੈ ਭਾਈ ਸਾਰੀ ਬਿਲਕੁਲ ਠੀਕ ਕਹਿ ਰਹੇ ਹੋ, ਉਹ ਅਸੀਂ ਅੱਖਾਂ ਬੰਦ ਕਰਕੇ ਬੈਠੇ ਹੈਗੇ ਹਨ, ਹੈ ਨਾ ਜੀ। ਤਾਂ ਮੈਨੂੰ ਲੱਗਦਾ ਕਿ ਇਹ ਗਰੋ ਕਰ ਰਿਹਾ, ਇਹ ਨਹੀਂ ਕਿ ਤੁਸੀਂ ਚੁੱਪ ਰਹੋਗੇ ਨਹੀਂ ਗੱਲ ਕਰੋਗੇ ਤਾਂ ਗਰੋ ਨਹੀਂ ਕਰੇਗਾ, ਉਹ ਪ੍ਰੋਬਲਮ ਗਰੋ ਕਰ ਰਿਹਾ ਹੈਗਾ ਔਰ ਸਾਡੇ ਸਾਹਮਣੇ ਕਿਸ ਤਰ੍ਹਾਂ ਫਟ ਕੇ ਆਏਗਾ ਵੀ, ਸਾਡੇ ਸਾਹਮਣੇ ਬਲੋ ਅਪ ਹੋਏਗਾ ਉਹ। ਐਨੀਵੇ ਇੱਕ ਚੀਜ਼ ਤਾਂ ਇਹ ਹੋ ਗਈ ਹੈ। ਦੂਸਰੀ ਗੱਲ ਸਰ, ਤੁਸੀਂ ਕੀ ਕਰੋਗੇ ਇਸ ਡਿਬੇਟ ਵਿੱਚ? ਤੁਸੀਂ ਦੇਖੋ ਕਿ ਸਾਡੇ ਦੁਨੀਆ ਦੇ ਜਾਂ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਦੀ ਡਿਬੇਟ ਹੋ ਰਹੀ ਸੀ, ਤਾਂ ਉਹ ਇੰਡਸਟਰੀ ਨੇ ਬੰਦੇ ਜੋੜੇ 120 ਜਾਂ 112-15 ਦੇ ਆਸ-ਪਾਸ ਨੋਬਲ ਲੌਰੀਅਟਸ ਇੱਕ ਸਟੇਟਮੈਂਟ ਇਸ਼ੂ ਕਰਦੇ ਹੈ ਕਿ ਅਗਰ GM ਫੂਡ ਅਸੀਂ ਨਹੀਂ ਲੈ ਕੇ ਆਵਾਂਗੇ ਤਾਂ ਦੁਨੀਆ ਦਾ ਜਿਹੜਾ ਹੰਗਰ ਕ੍ਰਾਈਸਿਸ बढ़ ਜਾਏਗਾ। ਮੈਂ ਉਹਦੇ ਰਿਸਪੌਂਸ 'ਚ ਇੱਕ ਬਲੌਗ ਲਿਖਿਆ ਸੀਗਾ, ਮੈਂ ਉਹਦੇ ਵਿੱਚ ਲਿਖਿਆ ਸੀਗਾ ਕਿ ਕਿਸ ਤਰ੍ਹਾਂ ਨੋਬਲ ਲੌਰੀਏਟਸ ਗਲਤ ਹੈਗੇ ਆ, ਕਿਉਂਕਿ ਸਾਡੇ ਕੋਲ ਇੰਨਾ ਫੂਡ ਪ੍ਰੋਡਿਊਸ ਕਰਦੇ ਹਾਂ ਅਸੀਂ ਇਸ ਦੁਨੀਆ ਵਿੱਚ, 8 ਬਿਲੀਅਨ ਪੋਪੂਲੇਸ਼ਨ ਹੈਗੀ ਹੈ ਸਾਡੀ ਅੱਜ, ਐਂਡ ਵੀ ਪ੍ਰੋਡਿਊਸ ਫੂਡ ਫॉर 14 ਬਿਲੀਅਨ ਪੀਪਲ। 8 ਬਿਲੀਅਨ ਸਾਡੀ ਟੋਟਲ ਦੁਨੀਆ ਦੇ ਉੱਤੇ ਬਸ਼ਿੰਦੇ ਰਹਿੰਦੇ 14 ਬਿਲੀਅਨ ਜੋਗਾ ਅਸੀਂ ਰੋਟੀ ਪ੍ਰੋਡਿਊਸ ਕਰਦੇ ਆ। ਇਹ ਬੰਦਾ ਭੁੱਖਾ ਕਿੱਦਾਂ ਮਰਦਾ? ਕੋਈ ਇੱਕ ਸਿੰਗਲ ਬੰਦਾ ਭੁੱਖਾ ਕਿੱਦਾਂ ਮਰ ਜਾਂਦਾ? ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਉਹਦੇ ਵਿੱਚ ਇੱਕ ਹੋਰ ਇਸ਼ੂ ਹੈਗਾ, ਜਿੰਨੇ ਨੋਬਲ ਲੌਰੀਏਟ ਨੇ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਦੀ ਕੀਤੀ ਸੀ ਨਾ ਕਿ ਪ੍ਰਸ਼ੰਸਾ ਕੀ ਇਹਦੇ ਬਗੈਰ ਹੰਗਰ ਵੱਧ ਜਾਏਗਾ, ਮੇਰਾ ਉਹਨਾਂ ਨੂੰ ਕਹਿਣਾ ਸੀਗਾ ਕਿ 1/3 ਫੂਡ ਤਾਂ ਅਸੀਂ ਵੇਸਟ ਕਰਦੇ ਹਾਂ। ਤੁਹਾਡਾ ਐਫਰਟ ਜਾਣਾ ਚਾਹੀਦਾ ਕਿ ਅਸੀਂ ਫੂਡ ਨੂੰ ਕਿਸ ਤਰ੍ਹਾਂ ਬਚਾਈਏ। ਤੁਸੀਂ ਨੋਬਲ ਲੌਰੀਏਟ ਹੋ, ਤੁਹਾਡੀ ਗੱਲ ਸੁਣੀ ਜਾਂਦੀ ਹੈ, ਤੁਸੀਂ ਇਹ ਕਰੋ। ਤੁਸੀਂ ਇਹ ਨਾ ਸੋਚੋ ਕਿ ਉੱਥੇ ਤੱਕ ਹੀ ਇਹ ਸੀਮਿਤ ਸੀਗਾ। ਹੁਣ ਦੇਖੋ ਇੱਕ ਨਵੀਂ ਇੱਕ ਸਟੇਟਮੈਂਟ ਆਈ ਹੈ ਨੋਬਲ ਲੌਰੀਏਟਸ ਦੁਆਰਾ, ਉਹ ਕਹਿੰਦੇ ਹੈ ਕਿ ਬਈ ਦੁਨੀਆ ਦਾ ਜਿਹੜਾ ਗਲੋਬਲ এনवायरमेंट ਬਦਲ ਰਿਹਾ ਹੈ, ਇਹ ਇਸ ਕਰਕੇ ਬਦਲ ਰਿਹਾ ਕਿਉਂਕਿ ਲਾਈਵ ਸਟਾਕ ਨੂੰ ਅਸੀਂ ਜਿਸ ਤਰ੍ਹਾਂ ਨਾਲ ਕੰਜ਼ੰਪਸ਼ਨ ਸਾਡੀ ਵੱਧ ਰਹੀ ਹੈਗੀ ਹੈ, ਉਹਦੇ ਕਰਕੇ ਮੀਥੇਨ ਗੈਸਿਸ ਜ਼ਿਆਦਾ ਰਿਲੀਜ਼ ਹੋ ਰਹੀਆਂ ਜਾਂ ਗ੍ਰੀਨ ਹਾਊਸ ਗੈਸਿਸ ਐਮਿਸ਼ਨ ਦਾ ਰੋਲ ਵੱਧ ਰਿਹਾ ਹੈ। ਤਾਂ ਉਹਨੂੰ ਖਤਮ ਕਰਨ ਵਾਸਤੇ ਤੁਸੀਂ ਹੁਣ ਆਰਟੀਫੀਸ਼ੀਅਲ ਫੂਡ ਜਾਂ ਸਿੰਥੈਟਿਕ ਫੂਡ ਤਰਫ ਕਿਉਂ ਨਹੀਂ ਵਧਦੇ? ਇਹ ਨੋਬਲ ਲੌਰੀਏਟਸ ਕਹਿ ਰਹੇ ਲੈਬੋਰੇਟਰੀ ਦੇ ਵਿੱਚ ਚਿਕਨ ਬਣਾ ਲਓ, ਸ਼ੁਰੂ ਹੋ ਗਿਆ। ਅਮਰੀਕਾ ਨੇ ਪਹਿਲਾ ਚਿਕਨ ਜਿਹੜਾ ਹੈਗਾ ਲੈਬੋਰੇਟਰੀ ਵਾਲਾ ਅਪਰੂਵਲ ਦੇ ਦਿੱਤਾ। ਮੈਂ ਦੇਖ ਰਿਹਾ ਕਿ 버ਗਰ ਪੈਟੀਜ਼ ਜਿਹੜੀਆਂ ਫੈਕਟਰੀ ਮੇਡ 버ਗਰ ਹੁਣ ਬਣ ਗਿਆ। ਜਿਹੜਾ ਦੁੱਧ ਦਾ ਹੁਣ ਅੱਜਕੱਲ ਜਿਹੜਾ ਪ੍ਰੋਡਕਟਸ ਆ ਰਹੇ ਆ ਉਹਦੇ ਵਿੱਚ ਦੁੱਧ ਨਹੀਂ ਯੂਜ਼ ਹੁੰਦਾ, ਸਿੰਥੈਟਿਕ ਯੂਜ਼ ਹੋ ਰਿਹਾ। ਕਹਿਣ ਦਾ ਮਤਲਬ ਹੈ ਕਿ ਹੁਣ ਇਹ ਸਾਡੇ ਨੋਬਲ ਲੌਰੀਏਟਸ ਕਹਿ ਰਹੇ ਆ, ਉਹਨਾਂ ਦਾ ਕਹਿਣਾ ਸਿਰਫ ਅੱਗੇ ਅਗਰ ਲੈ ਕੇ ਜਾਂਦੇ ਆ ਆਪਾਂ ਇਸ ਡਿਬੇਟ ਨੂੰ, ਤਾਂ ਉਹ ਐਕਚੁਅਲੀ ਕਹਿ ਰਹੇ ਕਿ ਸਾਨੂੰ ਕਿਸਾਨਾਂ ਦੀ ਹੁਣ ਜ਼ਰੂਰਤ ਹੀ ਨਹੀਂ ਹੈ, ਐਨੀਮਲਸ ਦੀ ਜ਼ਰੂਰਤ ਹੀ ਨਹੀਂ ਹੈਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਭ ਕੁਝ ਲੈਬੋਰੇਟਰੀ 'ਚ ਬੈਠ ਕੇ ਹੋ ਜਾਏਗਾ ਆਰਟੀਫੀਸ਼ੀਅਲੀ। ਹੁਣ ਜਦ ਤੁਸੀਂ ਇਹ ਜੇ ਇੰਟੈਲੀਜੈਂਸੀਆ ਨੂੰ ਤੁਸੀਂ ਇਨਵੋਲਵ ਕਰਦੇ ਹੋ ਫॉर ਦੀ ਸੇਕ ਆਫ ਦੀ ਕਮਰਸ਼ੀਅਲ ਇੰਟਰਸਟ ਆਫ ਦੀ ਕੰਪਨੀਜ਼, ਫਿਰ ਕੀ ਹੋਏਗਾ? ਹੁਣ ਦੇਖੋ ਨਾ ਹਾਲੈਂਡ ਵਿੱਚ ਕੀ ਹੋਇਆ ਸਰ, ਹਾਲੈਂਡ ਵਿੱਚ 3000 ਕਿਸਾਨਾਂ ਨੂੰ ਨੋਟਿਸ ਆ ਗਿਆ ਕਿ ਤੁਸੀਂ ਖੇਤੀ ਬੰਦ ਕਰੋ, ਔਰ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਜ਼ਿਆਦਾ ਪੈਸੇ ਦੇਵਾਂਗੇ, ਜੇ ਤੁਸੀਂ ਨਹੀਂ ਜਾਂਦੇ ਤਾਂ ਜਬਰਨ ਸਰਕਾਰ ਵੀ ਲੈ ਲੇਗੀ। 11000 ਖੇਤ ਹੈਗੇ ਆ, 3000 ਖੇਤ ਬੰਦ ਹੋ ਰਿਹਾ। ਦੇਰ ਇਜ਼ ਅ ਵਾਰ ਅਗੇਂਸਟ ਫਾਰਮਰਸ ਨਾਓ। ਅੱਛਾ, ਤੁਸੀਂ ਗਲੋਬਲ ਵਾਰ ਅਗੇਂਸਟ ਫਾਰਮਰਸ, ਦੇਰ ਇਜ਼ ਅ ਗਲੋਬਲ ਵਾਰ ਅਗੇਂਸਟ ਫਾਰਮਰਸ। ਇਹ ਇੱਥੇ ਨਹੀਂ ਹੈ ਹਾਲੈਂਡ ਵਿੱਚ, ਇਟ ਇਜ਼ ਹੈਪਨਿੰਗ ਇਨ ਇੰਗਲੈਂਡ। ਸੋ ਡਿਨਾਈਲ ਆਫ ਐਮਐਸਪੀ ਉਹਦਾ ਪਾਰਟ ਹੀ ਹੈ, ਉਹਦਾ ਪਾਰਟ ਹੈ। ਨਿਊਜ਼ੀਲੈਂਡ ਵਿੱਚ ਹੋ ਰਿਹਾ। ਤੁਸੀਂ ਸੋਚੋਗੇ ਕਿ ਹਾਲੈਂਡ ਕਿਸ ਤਰ੍ਹਾਂ ਆਪਣਾ ਉਹ ਕਰੇਗਾ, ਫੂਡ ਕਿੱਥੋਂ ਮੀਟ ਕਰੇਗਾ? ਸਰ ਉਹ ਆਕਟੋਪਸ ਦੀ ਬੜੀ ਇੱਕ ਇੰਡਸਟਰੀ ਲਗਾ ਰਹੇ ਹੈ ਕਿ ਉਹਦੇ ਵਿੱਚੋਂ ਪ੍ਰੋਟੀਨ ਤੁਹਾਨੂੰ ਫੀਡ ਕੀਤਾ ਜਾਏਗਾ। ਇਨਸੈਕਟਸ ਤੇ ਉਹ ਫੈਕਟਰੀ ਲਗਾ ਰਹੇ ਹੈਗੇ ਕਿ ਉਹਦੇ ਵਿੱਚੋਂ ਅਸੀਂ ਪ੍ਰੋਟੀਨ ਐਕਸਟ੍ਰੈਕਟ ਕਰਕੇ ਤੁਹਾਨੂੰ ਖਿਲਾਵਾਂਗੇ। ਦੇ ਆਰ ਨਾਟ ਵਰੀਡ ਅਬਾਊਟ ਜੇ ਕੋਈ ਬੈਟਰ ਡਿਬੇਟ ਕਲਾਈਮੇਟ ਬਾਰੇ ਹੁੰਦਾ, ਕਿਉਂਕਿ ਕਲਾਈਮੇਟ ਬਹੁਤ ਵੱਡਾ ਮੁੱਦਾ ਹੈ, ਤਾਂ ਫਿਰ ਇਹ ਜਿਹੜੀ ਰਿਪੋਰਟ ਹੈ 2021 ਦੀ ਦ ਕਾਸਟ ਆਫ ਕਲਾਈਮੇਟ ਚੇਂਜ ਇਨ ਇੰਡੀਆ, ਉਹ ਕਹਿ ਰਹੀ ਹੈ ਕਿ ਹਿੰਦੁਸਤਾਨ ਦਾ 3 ਤੋਂ ਲੈ ਕੇ 10% ਤੱਕ GDP ਹਰ ਸਾਲ ਦਾ ਲੂਜ਼ ਹੋ ਜਾਏਗਾ ਸਨ 2100 ਆਉਂਦਿਆਂ ਤੱਕ ਕਲਾਈਮੇਟ ਚੇਂਜ ਦੇ ਕਾਰਨ। ਹੁਣ ਜ਼ਾਹਿਰ ਹੈ ਕਿ ਜੇ ਇੰਨਾ GDP ਲੂਜ਼ ਹੋਏਗਾ ਤਾਂ ਸਭ ਤੋਂ ਪਹਿਲੀ ਮਾਰ ਕਿਸ ਨੂੰ ਪਏਗੀ? ਉਹ ਗਰੀਬ ਨੂੰ ਪਏਗੀ, ਮਾਰਜਨਲਾਈਜ਼ ਸੈਕਸ਼ਨ ਨੂੰ ਪਏਗੀ, ਕਿਸਾਨ ਨੂੰ ਪਏਗੀ। ਹਿੰਦੁਸਤਾਨ ਦੇ ਆਪਣੇ ਜਿਹੜੇ ਪ੍ਰੀ ਬਜਟ ਆਉਂਦੇ ਹੁੰਦੇ ਨੇ ਇਕਨੋਮਿਕ ਸਰਵੇ, ਉਹਨਾਂ ਨੇ ਉਸ ਵੇਲੇ ਕਿਹਾ ਸੀ ਕਿ ਅਪ ਟੂ 25% ਤੱਕ ਪ੍ਰੋਫਿਟ ਲਾਸ ਫਾਰਮਰ ਦਾ ਹੋ ਸਕਦਾ ਕਲਾਈਮੇਟ ਚੇਂਜ ਦੇ ਕਾਰਨ। ਉਹ ਸਾਡੇ ਡਿਬੇਟ ਨਹੀਂ ਬਣਦੇ। ਤੇ ਇਹ ਇੰਟਰਸਟਿੰਗ ਹੈ ਕਿ ਕਿਸਾਨ ਅੰਦੋਲਨ ਨੇ ਇਹ ਡਿਬੇਟ ਬਣਾ ਲਏ ਸੀ, ਅਸੀਂ ਬਣੇ ਹੋਏ ਡਿਬੇਟ ਗਵਾ ਦਿੱਤੇ, ਅਸੀਂ ਬਣਿਆ ਨੈਰੇਟਿਵ ਗਵਾ ਦਿੱਤਾ। ਤੁਹਾਨੂੰ ਲੱਗਦਾ ਇਹ ਪੋਲੀਟੀਸ਼ੀਅਨ ਦੀ ਸਿਆਣਪ ਹੈ? ਕਿਸਾਨ ਅੰਦੋਲਨ ਪੋਲੀਟਿਕਸ ਵਾਲਿਆਂ ਤੋਂ, ਸਿਆਸਤਦਾਨਾਂ ਤੋਂ ਸਾਰਾ ਨੈਰੇਟਿਵ ਖੋ ਕੇ ਲੈ ਗਿਆ ਸੀ। ਜਿਸ ਵੇਲੇ ਸਿੰਘੂ ਟੀਕਰੀ ਦੇ ਉੱਤੇ ਯੂਨੀਵਰਸਿਟੀ ਖੁੱਲੀ ਸੀ, ਆ ਸਾਰੇ ਸਿਆਸਤਦਾਨ ਮੂੰਹ ਅੱਡੀ ਦੇਖਦੇ ਸੀ ਕਿ ਭਾਈ ਸਾਨੂੰ ਕੋਈ ਉੱਥੇ ਢੋਈ ਦੇ ਦੇਵੇ, ਕੋਈ ਬਹਿਣ ਜੋਗੀ ਜਗ੍ਹਾ ਦੇ ਦੇਵੇ, ਅਸੀਂ ਸਟੇਜ ਤੇ ਵੀ ਨਹੀਂ ਚੜਾਂਗੇ। ਤੇ ਐਨ ਲਾਈਨ ਸੀਗੇ। ਅੱਜ ਉਹ ਸਿਆਸਤਦਾਨ ਜਿਸ ਤਰੀਕੇ ਨਾਲ ਭਿੜ ਰਹੇ ਨੇ, ਲੜ ਰਹੇ ਨੇ, ਤੇ ਕਿਸਾਨ ਅੰਦੋਲਨ ਜੋਗੀ ਤੇ ਉਹਨਾਂ ਡਿਬੇਟਸ ਜੋਗੀ ਕਿਤੇ ਜਗ੍ਹਾ ਨਹੀਂ ਬਚੀ ਹੈ। ਸਾਨੂੰ ਮਤਲਬ ਇਸ ਸ਼ਰਮ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਉਹਦੇ ਵਿੱਚੋਂ ਵੀ ਜਿਹੜਾ ਮੀਡੀਆ ਪੈਦਾ ਹੋਇਆ ਸੀ ਉਸਨੇ ਵੀ ਗਵਾ ਲਿਆ। ਦੇਖੋ ਸਟਾਪਿੰਗ ਅਸ, ਆਈ ਐਗਰੀ ਵਿਦ ਯੂ ਕੰਪਲੀਟਲੀ ਔਨ ਦਿਸ। ਲੇਕਿਨ ਇੱਕ ਮੈਂ ਗੱਲ ਕਹਿਣਾ ਚਾਹੁੰਦਾ, ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਇੱਕ ਬੜਾ ਅੱਛਾ ਇੱਕ ਐਪੀਸੋਡ ਹੈ ਵਿਚ ਵਿਲ ਗਿਵ ਅ ਲੈਸਨ ਟੂ ਆਲ ਆਫ ਅਸ। MS ਸਵਾਮੀਨਾਥਨ ਸਾਹਿਬ ਨੇ ਕੋਈ 15 ਸਾਲ ਪਹਿਲੇ ਇੱਕ ਦਿੱਲੀ ਵਿੱਚ ਟਾਕ ਦਿੱਤੀ। ਉਸ ਟਾਕ ਵਿੱਚ ਉਹਨਾਂ ਨੇ ਇੱਕ ਸਲਾਈਡ ਪੇਸ਼ ਕੀਤੀ ਸੀਗੀ। ਉਹ 'ਚ ਕਿਹਾ ਸੀਗਾ ਕਿ 2 people who kept agriculture alive in India,
ਤੁਸੀਂ ਇਹਨੂੰ ਹੋਰ ਮਤਲਬ ਨਾਲ ਲੱਭਿਓ, ਦੇਵਿੰਦਰ ਸ਼ਰਮਾ ਐਂਡ ਪੀ ਸਾਈਨਾਥ। ਇਹ ਸਵਾਮੀਨਾਥਨ ਸਾਹਿਬ ਨੇ ਆਪਣੀ ਇੱਕ ਸਲਾਈਡ ਵਿੱਚ ਕਿਹਾ ਸੀਗਾ। ਮੈਂ ਉੱਥੇ ਉਸ ਆਡੀਅנס ਵਿੱਚ ਇੱਕ ਮਿੰਟ ਅਸੀਂ ਅਪੋਲੋਜਾਈਜ਼ ਕਰਨ ਲਈ ਰੱਖੇ ਹੁੰਦੇ ਨੇ। ਪੀ ਸਾਈਨਾਥ ਸਾਡੇ ਕੋਲ ਪੱਤਰਕਾਰਾਂ ਕੋਲ ਲੱਗੇਗਾ, ਉਹਦੇ ਪਿੱਛੇ ਛੁਪ ਸਕਦੇ ਹੋ ਤੁਸੀਂ ਕਿਸੇ ਰਵੀਸ਼ ਕੁਮਾਰ ਪਿੱਛੇ ਛੁਪ ਸਕਦੇ ਹੋ, ਕਿਉਂਕਿ ਵੀ ਡੋਨਟ ਪ੍ਰੋਡਿਊਸ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਵੀ ਜਦੋਂ ਸਲਾਈਡ ਉਹਨਾਂ ਨੇ ਪ੍ਰੈਜ਼ੈਂਟ ਕੀਤੀ ਤੇ ਮੈਂ ਜਦ ਡਾਕਟਰ ਸਵਾਮੀਨਾਥਨ ਨੂੰ ਬਾਅਦ ਚ ਮਿਲਿਆ ਬਾਹਰ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਦੇਵਿੰਦਰ ਆਈ ਐਮ ਸੋ ਪ੍ਰਾਊਡ ਆਫ ਯੂ ਕਿ ਤੁਸੀਂ 2 ਲੋਕਾਂ ਨੇ ਐਗਰੀਕਲਚਰ ਨੂੰ ਯੂ ਕੈਪਟ ਇਟ ਅਲਾਈਵ ਇਨ ਇੰਡੀਆ। ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀਗੀ, ਮੈਂ ਕਿਹਾ ਸਰ ਇਹ ਕੋਈ ਸਾਨੂੰ ਕੋਈ ਹਰਸ਼ ਦੀ ਗੱਲ ਨਹੀਂ ਹੈ, ਮੈਨੂੰ ਬਲਕਿ ਦੁੱਖ ਹੁੰਦਾ ਹੈ ਕਿ 140 ਕਰੋੜ ਲੋਕਾਂ ਦੇ ਵਿੱਚ ਅਗਰ 2 ਬੰਦੇ ਹੀ ਸਿਰਫ ਅਗਰ ਉਸ ਡਿਬੇਟ ਨੂੰ ਜਾਂ ਉਸ ਨੈਰੇਟਿਵ ਨੂੰ ਜਾਂ ਉਸ ਆਵਾਜ਼ ਨੂੰ ਬੁਲੰਦ ਕਰਦੇ ਹੈਗੇ ਜਾਂ ਅਲਾਈਵ ਰੱਖਦੇ ਹੈਗੇ ਆ, ਆਈ ਥਿੰਕ ਇਟ ਕਾਸਟ lot of aspersion on the society at large। ਔਰ ਜੋ ਤੁਸੀਂ ਕਹਿ ਰਹੇ ਹੋ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਅੰਦੋਲਨ, ਅਗਰ ਕਿਸਾਨ ਅੰਦੋਲਨ ਵੀ ਕਿਤੇ ਆਪਣੀ ਆਵਾਜ਼ ਲੂਜ਼ ਕਰ ਗਏ ਹੈ, ਆਈ ਥਿੰਕ ਉਹਨਾਂ ਨੂੰ ਵੀ ਅੰਦਰ ਝਾਂਕਣਾ ਪਏਗਾ। 2 ਦੇ 22 ਹੋਏ ਸੀ ਤਾਂ ਦੇਖੋ ਕਿੱਥੋਂ ਤੱਕ ਆਵਾਜ਼ ਲੈ ਗਏ ਸੀ, ਉਹਨਾਂ ਨੂੰ ਝਾਂਕਣਾ ਪਏਗਾ। ਆਈ ਥਿੰਕ ਇਨਸਟੈਡ ਆਫ ਬਲੇਮਿੰਗ ਐਵਰੀਬਾਡੀ, ਮੈਂ ਚਾਹੁੰਦਾ ਕਿ ਵੀ ਆਪਾਂ ਸਾਰੇ ਆਪਣਾ ਉਹ ਰੋਲ ਅਦਾ ਕਰੀਏ। ਮੈਂ ਸਵਾਮੀਨਾਥਨ ਕਮਿਸ਼ਨ ਦਾ, ਉਹਦਾ ਨਾਮ ਐਕਚੁਅਲੀ ਨੈਸ਼ਨਲ ਕਮਿਸ਼ਨ ਫਾਰ ਫਾਰਮਰਸ ਸੀਗਾ, ਤੇ ਉਹਨਾਂ ਨੇ ਇੱਕ ਬੜੀ ਕੰਪਰੀਹੈਂਸਿਵ ਜੀ ਨੈਸ਼ਨਲ ਪਾਲਿਸੀ ਬਣਾਈ ਫਾਰਮਰਸ ਲਈ। ਮੈਂ ਉਹਦੇ ਵਿੱਚੋਂ ਇੱਕ ਟੂਕ ਪੜ੍ਹ ਰਿਹਾ ਸੀਗਾ, ਉਹਨਾਂ ਨੇ ਕਿਹਾ ਜਿਸ ਵੇਲੇ ਨੈਸ਼ਨਲ ਕਮਿਸ਼ਨ ਆਫ ਫਾਰਮਰਸ ਦੀ ਜਿਹੜੀ ਨੈਸ਼ਨਲ ਪਾਲਿਸੀ ਫਾਰ ਫਾਰਮਰਸ ਬਣ ਜਾਏਗੀ ਤਾਂ ਇਹ ਹਿੰਦੁਸਤਾਨ ਦੀ ਖੇਤੀ ਦੇ ਪਿਛਲੇ 10,000 ਸਾਲਾਂ ਦੇ ਵਿੱਚ ਸਭ ਤੋਂ ਕਾਰਗਰ ਪਾਲਿਸੀ ਹੋਵੇਗੀ। ਸੋ 10,000 ਸਾਲਾਂ ਬਾਅਦ ਅਸੀਂ ਕੋਈ ਮੋੜਾ ਕੱਟ ਸਕਦੇ ਸੀ ਜੇ ਅਸੀਂ ਸਵਾਮੀਨਾਥਨ ਦੀ ਗੱਲ ਸੁਣਦੇ, ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੁਣ ਲਈ ਹੈ ਤੇ ਲਾਗੂ ਕਰ ਦਿੱਤੀ ਹੈ, ਤੁਹਾਨੂੰ ਖਬਰ ਨਹੀਂ ਹੋਈ, ਕਿਸੇ ਨੇ ਤੁਹਾਨੂੰ ਪੋਸਟ ਕਾਰਡ ਨਹੀਂ ਪਾਇਆ। ਸੋ ਅਕਾਲ ਪੈਂਦਾ ਨਹੀਂ ਆ, ਹੁਣ ਸੋਕਾ ਪੈਣਾ ਨਹੀਂ ਹੈ, ਤੇ ਹੰਗਰ ਇੰਡੈਕਸ ਅਸੀਂ ਵੈਸੇ ਹੀ ਮਨਾ ਕਰ ਦਿੱਤਾ ਹੈ ਕਿ ਭੁੱਖਾ ਕਿਸੇ ਨੇ ਕੋਈ ਭੁੱਖਾ ਹੁਣ ਮਰਦਾ ਨਹੀਂ ਹੈ। ਜਿਹੜੇ ਵੱਡੇ ਡਿਬੇਟ ਨੇ ਫੂਡ ਸਿਕਿਉਰਿਟੀ ਤੇ ਕਲਾਈਮੇਟ ਚੇਂਜ ਦੇ ਲਿੰਕੇजेस ਦੇ, ਉਹ ਵੀ ਖਤਮ ਹੋ ਗਏ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਵਾਟ ਇਜ਼ ਦੈਟ ਬਿਗ ਸਟੈਪ ਜਿਹੜਾ ਸਾਡੇ ਲੋਕ, ਸਾਡਾ ਮੀਡੀਆ, ਸਾਡਾ ਕੋਈ ਮੁਸਬਤ ਪੋਲੀਟੀਸ਼ੀਅਨ ਹੈ ਉਹ ਲੈ ਸਕਦਾ ਹੈ ਟੂ ਗੈਟ ਬੈਕ ਦਾ ਨੈਰੇਟਿਵ। ਵੀ ਹੈਡ ਇਟ ਐਂਡ ਵੀ ਲੋਸਟ ਇਟ। ਸਾਡੇ ਕੋਲ ਸੀ ਨੈਰੇਟਿਵ, ਬਿਆਨੀਆਂ ਸਾਡੇ ਹੱਥ ਆ ਗਿਆ ਸੀ, ਲੋਕ ਸਾਡੀ ਗੱਲ ਸੁਣ ਰਹੇ ਸੀ, ਦੁਨੀਆ ਭਰ ਦਾ ਮੀਡੀਆ ਸਾਡੇ ਤੇ ਕੇਂਦਰਿਤ ਸੀ, ਉਹ ਸਿਆਸਤਦਾਨਾਂ ਦੀ ਗੱਲ ਨਹੀਂ ਸੀ ਸੁਣ ਰਿਹਾ। ਉਹ ਇਹ ਕਹਿ ਰਿਹਾ ਸੀ ਕਿ ਭਾਈ ਉੱਥੇ ਦੁਨੀਆ ਭਰ ਦੇ, ਹਿੰਦੁਸਤਾਨ ਭਰ ਦੇ ਫਾਰਮਰ ਇਕੱਠੇ ਹੋਏ ਨੇ ਸਿੰਘੂ ਟੀਕਰੀ ਦੇ ਉੱਤੇ, ਗੱਲ ਕੀ ਕਰ ਰਹੇ ਨੇ। ਇਹ ਦੁਨੀਆ ਦੀ ਸਭ ਤੋਂ ਵੱਡੀ ਸੀਜ ਸੀਗੀ, ਤੇ ਰਾਜਧਾਨੀ ਤੋਂ ਲੈ ਕੇ ਵਾਸ਼ਿੰਗਟਨ ਤੱਕ ਗੱਲਾਂ ਸੁਣਦੇ ਸੀ। ਉਹ ਕਹਿੰਦੇ ਹੁੰਦੇ ਸੀਗੇ ਚੌਧਰੀ ਚਰਨ ਸਿੰਘ ਵੀ ਇੱਕ ਅੱਖ ਰੱਖੋ ਹਮੇਸ਼ਾ ਆਪਣੇ ਹਲਕੇ ਤੇ ਕੌਂਸਟੀਚੁਐਂਸੀ ਤੇ, ਕਿਉਂਕਿ ਭਾਈ ਇਲੈਕਸ਼ਨ ਲੜਨੀ ਹੁੰਦੀ ਹੈ। ਇੱਕ ਅੱਖ ਰੱਖੋ ਨਵੀਂ ਦਿੱਲੀ ਤੇ, ਕਿਉਂਕਿ ਸ਼ਰਾਰਤ ਰਜੀਮ ਉੱਥੋਂ ਕਰਦਾ ਹੈ, ਤੇ ਹੁਣ ਤੇ ਅੱਖਾਂ ਕਈ ਰੱਖਣੀਆਂ ਪੈਂਦੀਆਂ, ਇੱਕ ਅੱਖ ਵਾਸ਼ਿੰਗਟਨ ਤੇ ਰੱਖਣੀ ਪੈਂਦੀ ਹੈ, ਇੱਕ ਇੰਗਲੈਂਡ ਤੇ, ਇੱਕ ਆ ਬੋਸਟਨ ਗਰੁੱਪ ਦੇ ਉੱਤੇ, ਕਿਤੇ ਕਿਤੇ ਅਸੀਂ ਅੱਖ ਰੱਖਾਂਗੇ। ਸੋ ਵਾਟ ਇਜ਼ ਇਟ ਦੈਟ ਵੀ ਕੈਨ ਡੂ ਟੂ ਗੈਟ ਬੈਕ ਦਾ ਨੈਰੇਟਿਵ। ਅਸੀਂ ਬਿਆਨੀਆਂ ਆਪਣੇ ਵੱਲ ਦੁਬਾਰਾ ਕਿਵੇਂ ਕਰ ਸਕਦੇ ਹਾਂ, ਇਹ ਡਿਬੇਟ ਫਿਰ ਤੋਂ ਕਿਵੇਂ ਸ਼ੁਰੂ ਹੋਵੇ। ਕਿਸਾਨ ਤਾਂ ਜੋ ਕਰ ਸਕਦਾ ਉਹ ਕਰ ਰਿਹਾ, ਉਹ ਖੁਦਕੁਸ਼ੀ ਕਰ ਸਕਦਾ ਅੰਤ ਤੇ ਜਾ ਕੇ, ਉਹ ਖੁਦਕੁਸ਼ੀ ਕਰ ਰਿਹਾ। ਦੇਖੋ ਜੀ, ਮੇਰਾ ਆਪਣਾ ਐਕਸਪੀਰੀਅੰਸ ਹੈ, ਰਫਲੀ 30 ਸਾਲ ਮੈਨੂੰ ਵੀ ਪਬਲਿਕ ਲਾਈਫ 'ਚ ਹੋ ਗਏ ਹੈਗੇ ਹੈ, ਐਂਡ ਮੈਂ ਕੰਟੀਨਿਊਸਲੀ ਐਗਰੀਕਲਚਰ ਤੇ ਅਗਰ ਮੈਂ ਖੜਾ ਹੈ ਔਰ ਗੱਲ ਕਰ ਰਿਹਾ ਹੈਗਾ, ਮੈਨੂੰ ਲੱਗਦਾ ਕਿ ਇੱਕ ਮੈਸੇਜ ਇਹ ਤੋਂ ਬਹੁਤ ਕਲੀਅਰ ਹੈ। ਜੋ ਸਮਾਜ ਵਿੱਚ ਹੋ ਰਿਹਾ, ਜੋ ਉਸ ਡਿਬੇਟ ਨੂੰ ਬਦਲਣ ਦੀ ਕੋਸ਼ਿਸ਼ ਹੁੰਦੀ ਹੈ, ਉਹ ਸਭ ਦੇ ਸਾਹਮਣੇ ਹੈਗੀ ਹੈ। ਸਭ ਤੋਂ ਬੈਸਟ ਤਰੀਕਾ ਇਹੀ ਹੈ ਕਿ ਜਿਹੜੀ ਆਪਣੀ ਗੱਲ ਹੈਗੀ ਹੈ, ਆਪਣਾ ਇੱਕ ਨੈਰੇਟਿਵ ਹੈਗਾ, ਆਪਣਾ ਜਿਹੜਾ ਤੁਹਾਡਾ ਇੱਕ ਮੈਸੇਜ ਹੈਗਾ, ਤੁਸੀਂ ਉਹਨੂੰ ਅਗਰ ਸਟਰੋਂਗਲੀ ਕਨਵੇ ਕਰੀ ਜਾਓ, ਮੈਨੂੰ ਲੱਗਦਾ ਕਿ ਉਹ ਤਾਂ ਇੱਕ ਇੰਪੋਰਟੈਂਟ ਚੀਜ਼ ਹੈ ਹੀ ਹੈ। ਲੇਕਿਨ ਦੂਸਰੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਬੰਦੇ ਕਹਿੰਦੇ ਨੇ ਡਿਬੇਟ ਨਹੀਂ ਹੋ ਰਹੀ ਹੈ, ਉਹ ਘੱਟ ਤੋਂ ਘੱਟ ਇੰਨਾ ਤਾਂ ਕਰ ਦੇਣ ਕਿ ਜਦੋਂ ਪੀਸ ਆਏ, ਆਰਟੀਕਲ ਆਏ, ਇੰਟਰਵਿਊ ਆਏ, ਕੁਛ ਆਏ, ਉਹਨੂੰ ਸ਼ੇਅਰ ਤਾਂ ਗੱਲ ਕਰੋ, ਸ਼ੇਅਰ ਕਰੋ, ਪਿੰਡ ਵਿੱਚ ਬੈਠੋ। ਜੇ ਅੰਗਰੇਜ਼ੀ ਵਿੱਚ ਹੈ ਜਿਹੜਾ ਪੜ੍ਹ ਸਕਦਾ ਉਹਨੂੰ ਪੜ੍ਹ ਕੇ ਸੁਣਾਓ, ਜੇ ਪੰਜਾਬੀ ਵਿੱਚ ਹੈ ਤਾਂ ਗੁਰਦੁਆਰੇ ਕਥਾ ਤੋਂ ਬਾਅਦ ਲੋਕਾਂ ਨੂੰ ਕਹੋ ਕਿ ਇਕੱਠੇ ਹੋ ਕੇ ਆਪਾਂ ਗੱਲ ਕਰਨੀ ਹੈ। ਗੁਰੂ ਦੇ ਲੋਕ ਮਰ ਰਹੇ ਨੇ, ਕਿਰਤੀ ਮਰ ਰਿਹਾ ਹੈ, ਮਤਲਬ ਹੋਰ ਗੁਰਦੁਆਰੇ ਵਿੱਚ ਇਸ ਬਾਰੇ ਗੱਲ ਕਿਉਂ ਨਹੀਂ ਹੋਏਗੀ। 10 ਨੋਆਂ ਦੀ ਕਿਰਤ ਕਰਨ ਵਾਲੇ, ਭੋਜਨ ਪ੍ਰੋਡਿਊਸ ਕਰਨ ਵਾਲੇ, ਉਹ ਕਿੱਤਾ ਜਿਹੜਾ ਗੁਰੂ ਨਾਨਕ ਦਾ ਕਿੱਤਾ ਸੀ, ਉਹ ਕਿੱਤਾ ਕਰਨ ਵਾਲੇ ਲੋਕ ਮਰ ਰਹੇ ਨੇ, ਤੇ ਉਹਦੇ ਬਾਰੇ ਗੱਲ ਕਿਉਂ ਨਹੀਂ ਹੋਏਗੀ। ਐਗਜ਼ੈਕਟਲੀ ਉਹੀ ਮੈਂ ਕਹਿ ਰਿਹਾ ਕਿ ਸਾਡਾ ਗੱਲ ਨਾ ਕਰਨਾ ਉਹਦੇ ਪੱਖੇ ਤੋਂ ਲਟਕਣ ਲਈ ਜ਼ਿੰਮੇਵਾਰ ਹੈ। ਜੀ ਬਿਲਕੁਲ, ਮੈਂ ਇਹ ਕਹਿ ਰਿਹਾ ਕਿ ਵੀ ਮੇਰਾ ਨਾਂ FIR ਚ ਨਹੀਂ, ਔਰ ਇਹ ਸਭ ਦਾ ਰੋਲ ਹੈਗਾ, ਸਭ ਦਾ ਰੋਲ ਹੈਗਾ। ਲੈਟ ਅਸ ਨਾਟ ਬਲੇਮ ਐਨੀਬਡੀ ਐਲਸ। ਆਪਣੇ ਲੈਵਲ ਤੇ ਜਿੰਨਾ ਅਸੀਂ ਛੋਟਾ ਵੀ ਕੰਮ ਕਰ ਸਕਦੇ ਹਾਂ, ਇੱਕ WhatsApp ਵੀ ਫਾਰਵਰਡ ਕਰ ਦਿਓ। ਹਾਂਜੀ, ਤੁਸੀਂ ਆਪਣੇ ਟਵਿੱਟਰ ਤੇ ਕੁਝ ਲਿਖ ਦਿਓ। ਮੈਂ ਉਸ ਗੱਲ ਤੇ ਨਹੀਂ ਹੁੰਦੀ ਹੈ, ਜੇ ਮੈਂ ਕਿਤੇ ਕੋਈ ਫਿਲਮ ਐਕਟਰ ਦੇ ਬਾਰੇ ਜਾਂ ਕਿਸੇ ਪੋਲੀਟੀਸ਼ੀਅਨ ਬਾਰੇ ਟਵੀਟ ਕਰਦਾ ਤਾਂ ਉਹਨੂੰ ਤਾਂ ਮਾਰ ਰੀਟਵੀਟ ਹੁੰਦੇ ਹੈਗੇ ਆ, ਲੇਕਿਨ ਜਦ ਮੈਂ ਖੇਤੀ ਦੇ ਬਾਰੇ ਗੱਲ ਕਰਦਾ ਹੈਗਾ, ਨਹੀਂ ਰੀਟਵੀਟ ਹੁੰਦੇ ਹੈਗੇ। ਕਿਉਂ ਨਹੀਂ ਹੁੰਦੇ? ਬਿਕੋਜ਼ ਵੀ ਥਿੰਕ ਵੀ ਆਰ ਨਾਟ ਕੰਸਰਨਡ। ਓਨਲੀ ਫਾਰਮੂਲਾ ਇਜ਼ ਕੀਪ ਦਾ ਫਾਰਮਰ ਇਨ ਦਾ ਮਾਈਂਡ। ਤੁਸੀਂ ਕਿਸਾਨ ਮਜ਼ਦੂਰ ਨੂੰ ਆਪਣੇ ਦਿਲ ਵਿੱਚ ਰੱਖੋ। ਜਦੋਂ ਕਦੀ ਪੰਜਾਬੀ ਬਾਰੇ ਪਿਆਰ ਫਾਰਮੂਲਾ ਸਰ ਵਹੀ ਸਵਾਮੀਨਾਥਨ ਫਾਊਂਡੇਸ਼ਨ ਦਾ ਹੈਗਾ। ਸਵਾਮੀਨਾਥਨ ਦਾ ਫਾਰਮੂਲਾ ਹੈ ਕਿ ਯੂ ਕੀਪ ਦੀ ਇਸ਼ੂ ਅਲਾਈਵ ਇਨ ਇੰਡੀਆ। ਹਾਂ, ਤੁਸੀਂ ਇਸ਼ੂ ਨੂੰ ਜ਼ਿੰਦਾ ਰੱਖੋ। ਮੈਂ ਰਸਤੇ 'ਚ ਆ ਰਿਹਾ ਸੀ ਅੱਜ ਤੁਹਾਡੇ ਨਾਲ ਡਿਬੇਟ ਲਈ, ਤੇ ਰਸਤੇ 'ਚ ਮੈਂ ਦੇਖ ਰਿਹਾ ਸੀਗਾ ਕੁਝ ਤਾਂ ਬੋਰਡ ਸੀਗੇ ਬਸ CM ਦੀ ਯੋਗਸ਼ਾਲਾ ਵਗੈਰਾ, ਉਹ ਤੇ ਚਲੋ ਵੱਡੀਆਂ ਗੱਲਾਂ ਨੇ, CM ਸਾਹਿਬ ਕਰਨਗੇ। ਇੱਕ ਉਹਨਾਂ ਨੇ ਲਿਖਿਆ ਸੀ ਵੀ ਮੈਨੂੰ ਪੰਜਾਬੀ ਨਾਲ ਬੜਾ ਪਿਆਰ ਹੈ ਨਾ, ਤੇ ਜਿਨ੍ਹਾਂ ਨੂੰ ਪੰਜਾਬੀ ਨਾਲ ਪਿਆਰ ਹੈ
ਉਹ ਫਿਰ ਇਹ ਜਦੋਂ ਕਿਸਾਨ ਚੀਖਦੇ ਨੇ, ਸੁਸਾਈਡ ਕਰਦੇ ਨੇ, ਮਾਵਾਂ ਉਹਨਾਂ ਦੀਆਂ ਵਿਰਲਾਪ ਕਰਦੀਆਂ ਨੇ, ਪਤਨੀਆਂ ਰੋਂਦੀਆਂ ਨੇ, ਉਹ ਪੰਜਾਬੀ ਵਿੱਚ ਹੀ ਉਹ ਕੀਰਨੇ ਪਾਉਂਦੀਆਂ ਨੇ, ਉਹ ਪੰਜਾਬੀ ਵਿੱਚ ਮਾਰ ਦੋ ਹੱਥੜ ਪਿੱਟਦੀਆਂ ਨੇ। ਜੇ ਪਿਆਰ ਹੈ ਤਾਂ ਉਹਨਾਂ ਦਾ ਹਾਲ ਪੁੱਛ ਲਈਏ, ਤੇ ਕਈਆਂ ਨੂੰ ਵਡੇਰੇ ਪੰਜਾਬ ਨਾਲ ਬਹੁਤ ਪਿਆਰ ਹੈ ਕਿਉਂਕਿ ਉਧਰ ਵੀ ਪੰਜਾਬੀ ਬੋਲਦੇ ਨੇ। ਤੇ ਕਦੀ ਇਹਦੇ ਤੇ ਡਿਬੇਟ ਦੇਖਿਆ ਵੀ ਜਿਵੇਂ ਸਾਡੇ ਪੰਜਾਬ 'ਚ ਕਿਸਾਨ ਸਲਫਾਸ ਖਾ ਰਹੇ ਨੇ ਤੇ ਪੱਖਿਆਂ ਨਾਲ ਲਟਕ ਰਹੇ ਨੇ, ਉਧਰਲੇ ਪੰਜਾਬ 'ਚ ਵੀ ਕੀ ਸੁਸਾਈਡਸ ਹੋ ਰਹੀਆਂ ਨੇ? ਵੈਨ ਵਾਸ ਦਾ ਲਾਸਟ ਟਾਈਮ ਯੂ ਆਸਕਡ ਦਿਸ ਕੁਐਸਚਨ? ਕਦੋਂ ਅਸੀਂ ਪਿਛਲੀ ਵਾਰੀ ਇਹ ਸਵਾਲ ਪੁੱਛਿਆ ਸੀ ਤਾਂ ਜੋ ਇਹ ਵਡੇਰੇ ਪੰਜਾਬ ਦੀ ਕੋਈ ਗੱਲ ਹੋਵੇ, ਅਸੀਂ ਖੇਤੀ ਬਾਰੇ ਗੱਲ ਕਰੀਏ, ਪੱਖਿਆਂ ਤੋਂ ਲਟਕਦਿਆਂ ਬਾਰੇ ਗੱਲ ਕਰੀਏ। ਤੇ ਇੱਕ ਅਸੀਂ ਜ਼ਰੂਰ ਆਪਣੇ ਆਪ ਨੂੰ ਪੁੱਛਣਾ, ਮੈਂ ਆਪਣੇ ਆਪ ਨੂੰ, ਤੁਸੀਂ ਆਪਣੇ ਆਪ ਨੂੰ, ਸਭਨਾਂ ਨੇ ਆਪਣੇ ਆਪ ਨੂੰ, ਕਿ ਅਸੀਂ ਇਹ ਗੱਲ ਕਰਨੀ ਬੰਦ ਕਿਉਂ ਕੀਤੀ ਸੀ। ਤੇ ਅਗਲੀ ਵਾਰੀ ਅਸੀਂ ਫੜਨਾ ਕਿ ਤੁਹਾਨੂੰ ਪਤਾ ਸੀ ਗੱਲ ਕਰਨੀ ਬੰਦ ਹੋ ਜਾਂਦੀ ਹੈ ਤੇ ਤੁਸੀਂ ਫਿਰ ਬੰਦ ਕਰ ਦਿੰਦੇ ਹੋ, ਕਿਉਂਕਿ ਰਸਮੀ ਕਾਰਵਾਈ ਇੱਕ ਡਿਬੇਟ ਨਾਲ ਵੀ ਤਾਂ ਕੀਤੀ ਜਾ ਸਕਦੀ ਹੈ। ਇਹ ਕਿਵੇਂ ਪਤਾ ਕਿ ਇਹ ਉਹੋ ਜਿਹੀ ਰਸਮ ਅਦਾਈ ਨਹੀਂ ਹੋ ਰਹੀ? ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।